ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਤਰ ਘਟੀ ਲਗ ਮਿਲ ਮਿਲ ਗਏ, ਗੁਰ ਸੁਤ ਗੁਣ ਗਨ ਸਿਮਰਤ ਭਏ। ਜਬ ਹੈ ਏਕਾਕੀ ਨਿਸਮਹਿ ਹੋਵਾ, ਨੀਤੀ ਜਾਏ ਪੁੱਤਰ ਕੋ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਅੰਮ੍ਰਿਤਮਈ ਬਾਣੀ ਦੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ, ਗੁਰੂ ਦਾ ਭਾਣਾ ਮੰਨ ਕੇ, ਹੁਕਮ ਮੰਨ ਕੇ। ਕਿਉਂਕਿ ਸ਼ਿਕਾਰ ਖੇਡਣ ਗਿਆ ਸਿੱਖ ਦੇ ਕੋਲੋਂ ਗਊ ਮਰ ਗਈ ਸੀ ਅਤੇ ਪਹਾੜੀਆਂ ਨੇ ਰੌਲਾ ਪਾਇਆ ਵੀ ਤੁਸੀਂ ਗਊ ਹੱਤਿਆ ਕੀਤੀ ਹੈ। ਸਿੱਖਾਂ ਨੇ ਬਾਰ-ਬਾਰ ਬੇਨਤੀ ਕੀਤੀ, ਬਾਬਾ ਜੀ ਆਪ ਸਮਰੱਥ ਹੋ, ਇਸ ਗਊ ਨੂੰ ਜਿੰਦਾ ਕਰ ਦਿਓ। ਇੱਕ ਤਾਂ ਇਹ ਵਿਵਾਦ ਮਿਟ ਜਾਏਗਾ, ਦੂਸਰਾ ਸਾਡੇ ਮਨ 'ਤੇ ਗਊ ਹੱਤਿਆ ਦਾ ਜੋ ਬੋਝ ਹੈ ਉਹ ਉਤਰ ਜਾਏਗਾ। ਬਾਬਾ ਜੀ ਨੇ ਬਖਸ਼ਿਸ਼ ਦ੍ਰਿਸ਼ਟੀ ਕਰਕੇ ਗਊ ਨੂੰ ਸੁਰਜੀਤ ਕਰ ਦਿੱਤਾ। ਪਰ ਜਦੋਂ ਇਸ ਗੱਲ ਦਾ ਪਤਾ 6ਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਲੱਗਾ, ਸਤਿਗੁਰੂ ਜੀ ਬਹੁਤ ਨਾਰਾਜ਼ ਹੋਏ। ਕਹਿਣ ਲੱਗੇ, ਪਰਮੇਸ਼ਰ ਮਾਰਿਆ ਕਰੇਗਾ, ਤੁਸੀਂ ਜਵਾਇਆ ਕਰੋਗੇ। ਵਾਹਿਗੁਰੂ ਦੀ ਰਜ਼ਾ ਵਿੱਚ ਉਹਦੇ ਹੁਕਮ 'ਚ ਅਦੂਲੀ ਹੋਵੇਗੀ। ਤਾਂ ਬਾਬਾ ਜੀ ਨੂੰ ਹੁਕਮ ਹੋਇਆ ਵੀ ਜਾਂ ਤੁਸੀਂ ਸਰੀਰ ਛੱਡ ਜਾਓ ਜਾਂ ਅਸੀਂ ਸਰੀਰ ਛੱਡ ਜਾਂਦੇ ਹਾਂ। ਬਾਬਾ ਜੀ ਚੁੱਪ ਚਪੀਤੇ ਜਾ ਕੇ ਜਿੱਥੇ ਅੱਜ ਕੱਲ੍ਹ ਬਾਬੇ ਡੇਰਾ ਬਾਬਾ ਗੁਰਦਿੱਤਾ ਜੀ ਦਾ ਪਹਾੜ ਹੈ, ਉਹਦੇ ਉੱਤੇ ਲੰਮੇ ਪੈ ਗਏ ਅਤੇ ਜੋਤੀ ਜੋਤ ਸਮਾ ਗਏ। ਸੰਗਤਾਂ ਨੂੰ ਗੁਰੂ ਸਾਹਿਬ ਨੂੰ ਪਤਾ ਲੱਗਾ, ਜਾ ਕੇ ਸੰਸਕਾਰ ਕੀਤਾ। ਥਾਂ ਥਾਈਂ ਖਬਰਾਂ ਭੇਜੀਆਂ ਗਈਆਂ। ਜਿਹੜਾ ਸਿੱਖ ਬਾਬੇ ਧੀਰਮਲ ਕੋਲ ਖਬਰ ਲੈ ਕੇ ਗਿਆ ਕਰਤਾਰਪੁਰ ਸਾਹਿਬ ਜਲੰਧਰ, ਉਸਨੇ ਜਾ ਕੇ ਬਾਬਾ ਧੀਰਮਲ ਜੀ ਨੂੰ ਦੱਸਿਆ ਵੀ ਤੁਹਾਡੇ ਪਿਤਾ ਜੀ ਜੋਤੀ ਜੋਤ ਸਮਾ ਗਏ ਨੇ। ਅਤੇ ਦਾਦਾ ਜੀ ਨੇ ਹੁਕਮ ਲਾਇਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਕੀਰਤਪੁਰ ਸਾਹਿਬ ਆ ਜਾਓ ਅਤੇ ਬਾਬੇ ਗੁਰਦਿੱਤੇ ਦੇ ਨਿਮਿਤ ਪਾਠ ਵੀ ਕਰਾਉਣਾ ਹੈ ਗੁਰਬਾਣੀ ਦਾ, ਅਤੇ ਤੁਹਾਨੂੰ ਉੱਥੇ ਦਸਤਾਰਬੰਦੀ ਵੀ ਹੋਣੀ ਹੈ। ਪਿਓ ਦੀ ਥਾਂ 'ਤੇ ਪੁੱਤਰ ਨੂੰ ਹੁੰਦੀ ਹੈ, ਤੁਸੀਂ ਚੱਲੋ। ਪਰ ਬਾਬੇ ਧੀਰਮਲ ਨੇ ਨਾਂਹ ਕਰ ਦਿੱਤੀ, ਕਹਿਣ ਲੱਗਾ ਮੈਂ ਉੱਥੇ ਨਹੀਂ ਜਾਣਾ, ਕਿਉਂਕਿ ਦਾਦਾ ਜੀ ਮੈਨੂੰ ਚੰਗਾ ਸਮਝਦੇ ਨਹੀਂ। ਪਿਤਾ ਜੀ ਨੂੰ ਵੀ ਮਾਰ ਦਿੱਤਾ, ਜੇ ਹੁਣ ਮੈਨੂੰ ਵੀ ਮਾਰ ਦੇਣਗੇ। ਮੈਂ ਉੱਥੇ ਨਹੀਂ ਜਾਣਾ। ਉੱਥੇ ਗਿਆ, ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਵਾ ਕੇ ਫਿਰ ਮੈਨੂੰ ਦੇਣਗੇ ਨਹੀਂ ਵਾਪਸ। ਨਾਲੇ ਮੇਰੀ ਤੁਰਕਾਂ ਨਾਲ ਚੰਗੀ ਬਣ ਹੁੰਦੀ ਹੈ। ਜੇ ਮੈਂ ਤੁਰਕਾਂ ਦੇ ਕਹਿ ਕੇ ਮੈਂ ਇੱਥੇ ਇਸ ਨਗਰ ਨੂੰ ਬਚਾ ਲਿਆ, ਕਰਤਾਰਪੁਰ ਨੂੰ ਉਜਾੜ ਦੇਣਾ ਸੀ ਤੁਰਕਾਂ ਨੇ। ਜੇ ਮੈਂ ਹੁਣ ਉੱਥੇ ਗੁਰੂ ਸਾਹਿਬ ਕੋਲ ਜਾਵਾਂਗਾ ਅਤੇ ਤੁਰਕ ਕਹਿਣਗੇ ਵੀ ਤੂੰ ਕਦੀ ਸਾਡੇ ਨਾਲ ਰਲ ਜਾਂਦਾ, ਕਦੀ ਆਪਣੇ ਦਾਦੇ ਨਾਲ ਰਲ ਜਾਂਦਾ, ਤਾਂ ਮੈਂ ਨਹੀਂ ਜਾਣਾ। ਇਸ ਤਰ੍ਹਾਂ ਇਹਨੇ ਨਾਂਹ ਕਰ ਦਿੱਤੀ ਧੀਰਮਲ ਨੇ। ਜਦੋਂ ਰਾਤ ਨੂੰ, ਪਹਿਲਾਂ ਤਾਂ ਚਲੋ ਸ਼ਹਿਰ ਦੇ ਲੋਕ ਕਰਤਾਰਪੁਰ ਦੇ ਨਗਰ ਦੇ ਇਲਾਕੇ ਦੇ ਅਫਸੋਸ ਕਰਨ ਆਏ, ਬੈਠਾ ਰਿਹਾ ਸ਼ਾਮ ਤੱਕ ਲੋਕਾਂ ਨਾਲ ਦੁੱਖ ਸੁੱਖ, ਜਿਹੜਾ ਮਕਾਨ ਪਰਚਾਉਣੀ ਦੀ ਮਰਜ਼ਾਦਾ ਹੈ, ਕਰਦਾ ਰਿਹਾ। ਜਦੋਂ ਰਾਤ ਨੂੰ ਮਾਤਾ ਕੋਲ ਗਿਆ, ਮਾਤਾ ਜੀ, ਮਾਤਾ ਨੱਤੀ ਜੀ, ਬਾਬੇ ਗੁਰਦਿੱਤੇ ਦੀ ਧਰਮ ਪਤਨੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਵੱਡੀ ਨੂੰਹ, ਗੁਰੂ ਹਰਿਰਾਏ ਸਾਹਿਬ ਅਤੇ ਬਾਬਾ ਧੀਰਮਲ ਦੀ ਮਾਂ, ਉਸ ਮਾਤਾ ਨੱਤੀ ਨੇ ਇਹਨੂੰ ਸਮਝਾਇਆ ਵੀ ਪੁੱਤਰ ਤੂੰ ਵੱਡਾ ਹੈ, ਤੈਨੂੰ ਪਿਤਾ ਦੇ ਭੋਗ 'ਤੇ ਜ਼ਰੂਰ ਜਾਣਾ ਚਾਹੀਦਾ। ਭਾਣਾ ਬਹੁਤ ਵੱਡਾ ਵਰਤ ਗਿਆ ਹੈ ਸਾਡੇ ਪਰਿਵਾਰ 'ਤੇ। ਤੋ ਅੱਗੋਂ ਕੀ ਕਹਿੰਦਾ ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚਤਰ ਘਟੀ ਲਗ ਮਿਲ ਮਿਲ ਗਏ। ਕਹਿੰਦੇ 4 ਘੜੀਆਂ ਤੱਕ ਲੋਕ ਆਉਂਦੇ ਰਹੇ, ਅਫਸੋਸ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਗੁਰ ਸੁਤ ਗੁਣ ਗਨ ਸਿਮਰਤ ਭਏ। ਸਾਰੇ ਨਗਰ ਨਿਵਾਸੀ ਕਰਤਾਰਪੁਰ ਵਾਲੇ ਬਹੁਤ ਦੁਖੀ ਹੋਏ ਜਦੋਂ ਖਬਰ ਮਿਲੀ ਨਾ ਬਾਬੇ ਗੁਰਦਿੱਤੇ ਦੇ ਚਲਾਣੇ ਦੀ। ਬਾਬਾ ਜੀ ਨਾਲ ਸਭ ਦਾ ਪ੍ਰੇਮ ਸੀ। ਸੰਗਤਾਂ ਜਿਹੜੀਆਂ ਸਨ ਬਹੁਤ ਸ਼ਰਧਾ ਰੱਖਦੀਆਂ ਸਨ ਬਾਬਾ ਗੁਰਦਿੱਤਾ ਜੀ ਉੱਤੇ। ਉਹ ਹੈਣ ਵੀ ਬੜੇ ਮਿਲਣਸਾਰ ਸਨ, ਬਹੁਤ ਹੀ ਸੁੰਦਰ ਸਰੂਪ ਸੀ। ਆਪਣੇ ਪਿਤਾ ਛੇਵੇਂ ਪਾਤਸ਼ਾਹ ਦੀ ਤਰ੍ਹਾਂ ਲੰਮੇ ਉੱਚੇ ਜਵਾਨ ਵੀ ਸਨ ਅਤੇ ਮਿੱਠ ਬੋਲੜੇ ਸਨ, ਸੂਰਬੀਰ ਵੀ ਸਨ, ਸੰਤ ਵੀ ਸਨ ਅਤੇ ਸਿਪਾਹੀ ਵੀ ਸਨ। ਸਾਰੇ ਗੁਣ ਉਹਨਾਂ ਵਿੱਚ ਸਨ। ਉਹਨਾਂ ਨੂੰ ਮਿਲ ਕੇ ਮਨ ਖੁਸ਼ ਹੋ ਜਾਂਦਾ ਸੀ। ਅੱਜ ਸੰਗਤਾਂ ਨੇ ਉਹਨਾਂ ਦੇ ਗੁਣ ਯਾਦ ਕੀਤੇ ਹਨ। ਜਬ ਹੈ ਇਕਾਕੀ ਨਿਸਮਹਿ ਹੋਵਾ। ਜਦੋਂ ਰਾਤ ਨੂੰ ਬਾਬਾ ਧੀਰਮਲ ਜੀ ਲੋਕੀ ਚਲੇ ਗਏ ਅਤੇ ਇਕੱਲਾ ਬੈਠਾ ਆਪਣੀ ਮਾਤਾ ਕੋਲ ਗਿਆ ਹੈ। ਨੇਤੀ ਜਾਏ ਪੁੱਤਰ ਕੋ ਜੋਵਾ। ਜਦੋਂ ਬਾਬਾ ਧੀਰਮਲ ਇਕੱਲਾ ਬੈਠਾ ਘਰ ਵਿੱਚ, ਲੋਕ ਅਫਸੋਸ ਕਰਨ ਵਾਲੇ ਚਲੇ ਗਏ, ਮਾਤਾ ਨੇਤੀ ਨੇ ਵੇਖਿਆ ਪੁੱਤਰ ਧੀਰਮਲ ਬੈਠਾ ਹੈ। ਤਿਹ ਸਮਝਾਵਨ ਕੋ ਤਬ ਕਹਿਓ। ਮਾਤਾ ਨੇਤੀ ਆਈ ਹੈ ਤੇ ਆਪਣੇ ਪੁੱਤਰ ਨੂੰ ਸਮਝਾਉਣ ਵਾਸਤੇ ਧੀਰਮਲ ਨੂੰ ਕਹਿਣ ਲੱਗੀ, ਸੁਨਹੁ ਪੁੱਤਰ ਕਿਆ ਚਿਤ ਮਹਿ ਚਹਿਓ। ਵੇ ਪੁੱਤਰ ਧੀਰਮਲ ਸੁਣ, ਤੂੰ ਆਪਣੇ ਮਨ 'ਚ ਕੀ ਸੋਚੀ ਬੈਠਾ ਹੈ? ਚੱਲ ਬੋ ਕੀਰਤਪੁਰ ਬਨ ਆਵੈ। ਪੁੱਤਰ ਆਪਾਂ ਨੂੰ ਕੀਰਤਪੁਰ ਜਾਣਾ ਚਾਹੀਦਾ। ਤੇਰਾ ਪਿਓ ਮਰਿਆ ਹੈ, ਪਿਤਾ ਦੀ ਮੌਤ ਹੋਈ ਹੈ। ਹਰ ਹਾਲਤ ਵਿੱਚ ਭਾਵੇਂ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ, ਦੁਸ਼ਮਣ ਦੇ ਘਰ ਵੀ ਇਹੋ ਜਿਹਾ ਸਮਾਂ ਬਣੇ ਤੇ ਉੱਥੇ ਵੀ ਚਲੇ ਜਾਈਦਾ। ਇਹ ਤਾਂ ਆਪਣੇ ਪਿਤਾ ਦਾ ਭੋਗ ਹੈ, ਤੈਨੂੰ ਜ਼ਰੂਰ ਜਾਣਾ ਚਾਹੀਦਾ ਹੈ। ਇਹਾਂ ਰਹਿਨ ਅਬ ਕਿਉ ਤੁਮ ਭਾਵੈ। ਪੁੱਤਰ ਤੂੰ ਇੱਥੇ ਕਰਤਾਰਪੁਰ 'ਚ ਕੀ ਕਰੇਗਾ? ਤੈਨੂੰ ਕਿਉਂ ਇੱਥੇ ਰਹਿਣਾ ਚੰਗਾ ਲੱਗਦਾ? ਠੀਕ ਆ ਵੀ ਇੱਥੇ ਰਵਾਂਗੇ, ਆਪਾਂ ਫਿਰ ਆ ਜਾਵਾਂਗੇ। ਇੱਕ ਵਾਰੀ ਆਪਾਂ ਭੋਗ 'ਤੇ ਚੱਲੀਏ, ਉੱਥੇ ਸਾਰੇ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰੀਏ। ਜਦੋਂ ਭੋਗ ਪੈ ਜਾਏਗਾ ਫਿਰ ਆਪਾਂ 10-20 ਦਿਨਾਂ ਨੂੰ, ਮਹੀਨੇ 2 ਮਹੀਨੇ ਨੂੰ ਇੱਥੇ ਆ ਜਾਵਾਂਗੇ। ਸੁਤ ਜੇਸ਼ਟ ਤੇ ਹੋਤ ਵਿਧਾਨ। ਦੇਖ ਪੁੱਤਰ, ਪਿਓ ਚੜ੍ਹਾਈ ਕਰ ਜਾਵੇ, ਵੱਡਾ ਪੁੱਤਰ ਹੀ ਸਾਰੀ ਕਿਰਿਆ ਕਰਦਾ ਹੈ। ਇਹ ਵਿਧੀ ਵਿਧਾਨ ਚੱਲਿਆ ਆਉਂਦਾ ਹੈ, ਇਹ ਮਰਜ਼ਾਦਾ ਹੈ। ਬਹੁਰ ਭਾਗ ਲੈ ਬੋ ਮਨ ਜਾਨ। ਫਿਰ ਨਾਲੇ ਪਿਤਾ ਦੀ ਪੱਗ ਤੈਨੂੰ ਮਿਲਣੀ ਹੈ, ਵੱਡਾ ਪੁੱਤਰ ਹੈ ਤੂੰ। ਅਤੇ ਜੇ ਅੱਜ ਤੂੰ ਪਿਤਾ ਦੀ ਪੱਗ ਲਏਗਾ ਤਾਂ ਹੀ ਕੱਲ੍ਹ ਨੂੰ ਗੁਰਿਆਈ ਗੱਦੀ ਦਾ ਵੀ ਦਾਅਵੇਦਾਰ ਹੋਵੇਗਾ। ਛੇਵੇਂ ਪਾਤਸ਼ਾਹ ਮਹਾਰਾਜ ਦੀ ਗੱਦੀ ਤੂੰ ਲੈਣੀ ਚਾਹੁੰਦਾ ਹੈ ਤਾਂ ਤੂੰ ਤਾਂ ਮਿਲੇਗੀ ਜੇ ਤੂੰ ਉਹਨਾਂ ਦੀ ਆਗਿਆ ਮੰਨੇਗਾ। ਨਿਕਟ ਪਿਤਾਮੇ ਕੇ ਚੱਲ ਲੀਜੈ। ਪੁੱਤਰ ਚੱਲ ਕੇ ਇਹ ਵਡਿਆਈ ਵੀ ਮਿਲਣੀ ਹੈ, ਪੱਗ ਵੀ ਮਿਲਣੀ ਹੈ, ਅਤੇ ਦਾਦਾ ਜੀ ਦੇ ਕੋਲ ਕੀਰਤਪੁਰ ਸਾਹਿਬ ਚੱਲ ਕੇ ਲੈ ਲੈ। ਇਮ ਨੀਕੋ ਨਿਜ ਹਿਰਦੈ ਲਖੀਜੈ। ਇਹ ਤਾਂ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰ ਲੈ। ਇਹ ਸਿਆਣਿਆਂ ਦੀ ਗੱਲ ਹੈ, ਤੂੰ ਅਜੇ ਬੱਚਾ ਹੈ। ਕਿਉਂਕਿ ਸਾਧ ਸੰਗਤ ਜੀ, ਧੀਰਮਲ ਦੀ ਉਮਰ ਬਹੁਤ ਛੋਟੀ ਸੀ ਉਦੋਂ, ਅਤੇ ਪਰ ਛੋਟੀ ਉਮਰ ਦੇ ਵਿੱਚ ਹੀ ਸੁਭਾਅ ਇੱਦਾਂ ਦਾ ਰੁੱਖਾ ਸੀਗਾ। ਕਈ ਬੱਚੇ ਮੈਂ ਦੇਖੇ ਨੇ 4-5 ਸਾਲ ਦੇ ਹੀ ਆਪਣੇ ਲੱਛਣ ਵਿਖਾ ਦਿੰਦੇ ਆ। 4-5 ਸਾਲ ਦਿਆਂ ਦਾ ਉਹਨਾਂ ਦਾ ਸੁਭਾਅ ਇੱਦਾਂ ਦਾ ਹੁੰਦਾ ਵੀ ਵੱਡੇ ਸਿਆਣੇ ਸਮਝਦਾਰ ਬੰਦੇ ਦੇਖ ਲੈਂਦੇ ਆ ਵੀ ਅੱਗੇ ਜਾ ਕੇ ਕਿਹੋ ਜਿਹਾ ਨਿਕਲੇਗਾ ਇਹ। ਸੋ ਸੁਭਾਅ ਤੇਰਾ ਪੁੱਤਰ, ਅਜੇ ਤੂੰ ਸਿਆਣਾ ਨਹੀਂ, ਤੂੰ ਨਿੱਕਾ ਬੱਚਾ ਹੈ। ਤੈਨੂੰ ਜਾ ਕੇ ਜ਼ਿੰਦਗੀ ਦਾ ਪਤਾ ਲੱਗੇਗਾ, ਵੱਡਾ ਹੋਵੇਗਾ। ਹੁਣ ਮੇਰੀ ਗੱਲ, ਮਾਂ ਦੀ ਗੱਲ ਮੰਨ ਲੈ ਅਤੇ ਆਪਾਂ ਚੱਲੀਏ। ਨਾਹੀਂ ਤਾਂ ਪਾਗ ਨਾ ਪਾਵੈ ਹਾਥ। ਨਹੀਂ ਤਾਂ ਪੁੱਤਰ ਪੱਗ ਨਹੀਂ ਮਿਲਣੀ। ਇਹ ਪੱਗ ਤੇਰੇ ਹੱਥ ਨਹੀਂ ਆਉਣੀ ਜੋ ਪਿਓ ਦੀ ਪੱਗ ਹੈ। ਨਿਰਣੇ ਕਰ ਹੇਰਹੁ ਮਤ ਸਾਥ। ਹਾਂ, ਤੂੰ ਨਿਰਣਾ ਕਰਕੇ ਵੇਖ ਲੈ। ਜੇ ਤੂੰ ਪੱਗ ਲੈਣੀ ਹੈ ਤਾਂ ਤੈਨੂੰ ਉੱਥੇ ਕੀਰਤਪੁਰ ਸਾਹਿਬ ਜਾਣਾ ਹੀ ਪੈਣਾ, ਅਵਸ਼ਮੇਵ ਜਾਣਾ ਪੈਣਾ ਹੈ। ਵੱਡੇ ਪੁੱਤਰ ਕੋ ਸਭ ਅਧਿਕਾਰ। ਸਾਰੇ ਅਧਿਕਾਰ ਵੱਡੇ ਪੁੱਤਰ ਕੋਲ ਹੁੰਦੇ ਆ। ਵੱਡੇ ਪੁੱਤਰ ਨੂੰ ਸਾਰੇ ਅਧਿਕਾਰ ਮਿਲਦੇ ਆ, ਪਰ ਜੇ ਉਹ ਲੈਣ ਜੋਗਾ ਹੋਵੇ ਤਾਂ। ਤੂੰ ਆਪਣੇ ਪਿਤਾ ਦੀ ਪੱਗ ਲੈਣੀ ਹੈ ਤਾਂ ਤੂੰ ਕੀਰਤਪੁਰ ਸਾਹਿਬ ਚੱਲ। ਗੁਰਤਾ ਆਦਿਕ ਲਖੋ ਉਦਾਰ। ਗੁਰਿਆਈ ਗੱਦੀ ਦਾ ਵੀ ਤੂੰ ਹੱਕਦਾਰ ਹੈ, ਕਿਉਂਕਿ ਤੂੰ ਵੱਡਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਦਾ ਵੱਡਾ ਪੁੱਤਰ ਹੈ, ਵੱਡਾ ਪੋਤਰਾ ਹੈ ਸਤਿਗੁਰਾਂ ਦਾ ਤੂੰ।
ਸਭ ਤੇ ਸ਼ੂਸ਼ੋ ਹੀ ਰਹਿ ਜਾ ਹੈ। ਪਰ ਜੇ ਤੂੰ ਨਾ ਗਿਆ ਨਾ ਭੋਗ ਤੇ, ਸਭ ਪਾਸਿਓਂ ਖਾਲੀ ਰਹਿ ਜਾਏਗਾ। ਤੈਨੂੰ ਕਿਸੇ ਤਰ੍ਹਾਂ ਵੀ ਵਡਿਆਈ ਨਹੀਂ ਮਿਲਣੀ। ਗੁਰੂ ਵੱਲੋਂ ਪੱਗ ਜਿਹੜੀ ਮਿਲਣੀ ਪਿਓ ਦੀ, ਉਹ ਨਹੀਂ ਮਿਲਣੀ। ਕੱਲ ਨੂੰ ਜੇ ਤੂੰ ਗੁਰਿਆਈ ਦਾ ਦਾਅਵਾ ਕਰੇ, ਉਹ ਤੇਰਾ ਨਹੀਂ ਚੱਲਣਾ। ਸੰਗਤ ਨੇ ਵੀ ਤੈਨੂੰ ਚੰਗਾ ਨਹੀਂ ਸਮਝਣਾ। ਬੜੀ ਬਦਨਾਮੀ ਹੋਵੇਗੀ ਵੀ ਪਿਓ ਦੇ ਭੋਗ ਤੇ ਨਹੀਂ ਪਹੁੰਚਿਆ। ਇਸ ਕਰਕੇ ਹਰ ਗੱਲ ਤੇ ਤੂੰ ਖਾਲੀ ਰਹਿ ਜਾਏਗਾ ਪੁੱਤਰ। ਪੁਨ ਸੰਗਤ ਤੇ ਕਿਮ ਪੁਜਵੈ ਹੈ। ਸੰਗਤ ਤੇਰੀ ਪੂਜਾ ਕਿੱਥੇ ਕਰੇਗੀ? ਕਿਵੇਂ ਪੁਜਵਾਏਗਾ ਸੰਗਤ ਕੋਲੋਂ? ਕਹੇਗਾ ਕਿਹੜੇ ਮੂੰਹ ਨਾਲ ਕਹੇਗਾ ਵੀ ਮੈਂ ਦਾਅਵੇਦਾਰ ਹਾਂ ਗੁਰਿਆਈ ਦਾ, ਮੈਂ ਵਾਰਸ ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਦਾ? ਤੂੰ ਕਹਿ ਨਹੀਂ ਸਕਦਾ। ਕਿਉਂ? ਜੇ ਤੂੰ ਸੰਗਤ ਵਿੱਚ ਆਪਣਾ ਪੱਖ ਹੀ ਨਹੀਂ ਰੱਖ ਸਕਿਆ ਸਹੀ ਤਰੀਕੇ ਨਾਲ, ਲੋਕਾਂ 'ਚ ਤੂੰ ਬਦਨਾਮ ਹੋ ਗਿਆ, ਫਿਰ ਤੇਰੀ ਕੋਈ ਪੂਜਾ ਕਰੇਗਾ ਹੀ ਨਹੀਂ। ਸੁਨਤ ਧੀਰ ਮਲ ਗਿਰਾ ਬਿਖਾਨੀ। ਇਹ ਸੁਣ ਕੇ ਬਾਬਾ ਧੀਰ ਮਲ ਜੀ ਕਹਿਣ ਲੱਗੇ, ਮੈਂ ਤੋ ਉਰ ਨਿਰਣੈ ਕਰ ਜਾਨੀ। ਮਾਤਾ, ਮੈਂ ਤਾਂ ਨਿਰਣਾ ਕਰ ਲਿਆ, ਮੈਂ ਤਾਂ ਆਪਣੇ ਮਨ 'ਚ ਫੈਸਲਾ ਕਰ ਲਿਆ। ਗੁਰ ਤੇ ਕਛੂ ਹਾਥ ਨਹਿ ਐ ਹੈ। ਦਾਦਾ ਜੀ ਕੋਲੋਂ ਮੈਨੂੰ ਕੁਛ ਨਹੀਂ ਮਿਲਣਾ। ਮੈਨੂੰ ਉਮੀਦ ਹੀ ਨਹੀਂ ਉਹਨਾਂ ਕੋਲੋਂ ਕੁਛ ਮਿਲਣ ਦੀ। ਉਹ ਮੈਨੂੰ ਕੁਝ ਦੇਣਗੇ ਹੀ ਨਹੀਂ। ਉਹ ਮੈਨੂੰ ਚੰਗਾ ਸਮਝਦੇ ਹੀ ਨਹੀਂ। ਹਰ ਰਾਏ ਨੂੰ ਗੋਦੀ 'ਚ ਬਿਠਾ ਛੱਡਦੇ ਨੇ, ਉਹਦੇ ਨਾਲ ਪਿਆਰ ਕਰਦੇ ਨੇ, ਛੋਟੇ ਭਾਈ ਨਾਲ। ਮੈਂ ਵੱਡਾ ਪੋਤਰਾ ਹਾਂ, ਮੈਨੂੰ ਨਹੀਂ ਲਾਡ ਕਰਦੇ, ਮੇਰੇ ਨਾਲ ਅੱਖ ਨਹੀਂ ਮਿਲਾਉਂਦੇ, ਮੈਨੂੰ ਚੰਗਾ ਨਹੀਂ ਸਮਝਦੇ। ਮੋਹ ਪਰ ਤਰਕਨ ਅਨਕ ਉਠੈ ਹੈ। ਮੇਰੇ ਤੇ ਹਮੇਸ਼ਾ ਉਹ ਕੋਈ ਨਾ ਕੋਈ ਤਰਕ ਉਠਾਉਂਦੇ ਰਹਿੰਦੇ ਨੇ, ਮੈਨੂੰ ਟੋਕਦੇ ਰਹਿੰਦੇ ਨੇ। ਕਿਉਂਕਿ ਧੀਰਮਲ ਜਦੋਂ ਜੰਮਿਆ ਸੀ ਨਾ, ਤੇ ਸੰਗਤ ਨੇ ਆ ਕੇ ਵਧਾਈ ਦਿੱਤੀ, ਮਹਾਰਾਜ ਜੀ ਪੋਤਰਾ ਹੋਇਆ, ਵਧਾਈ ਹੋਵੇ। ਸਤਿਗੁਰੂ ਜੀ ਚੁੱਪ ਕਰ ਗਏ। ਤੇ ਸਿੱਖਾਂ ਨੇ ਜਿਹੜੇ ਖਾਸ ਸੀ, ਉਹਨਾਂ ਨੇ ਪੁੱਛਿਆ, ਮਹਾਰਾਜ ਜੀ ਪੋਤਰਾ ਹੋਇਆ, ਆਪ ਜੀ ਕੋਈ ਬਚਨ ਨਹੀਂ ਕੀਤਾ। ਮਹਾਰਾਜ ਕਹਿੰਦੇ ਲੱਗਦਾ ਸਾਡਾ ਤਾਇਆ ਹੀ ਮੁੜ ਕੇ ਆ ਗਿਆ ਸਾਡੇ ਘਰ। ਪ੍ਰਿਥੀ ਚੰਦ ਸੀ ਨਾ ਮਹਾਰਾਜ ਦਾ ਤਾਇਆ, ਗੁਰੂ ਹਰਗੋਬਿੰਦ ਸਾਹਿਬ ਦਾ। ਉਹਦਾ ਸੁਭਾਅ ਵੀ ਇੱਦਾਂ ਦਾ ਸੀ। ਗੁਰੂ ਸਾਹਿਬ ਜੀ ਦਾ, ਗੁਰੂ ਅਰਜਨ ਦੇਵ ਜੀ ਦਾ ਸਾਰੀ ਉਮਰ ਉਹਨੇ ਵਿਰੋਧ ਕੀਤਾ, ਮਹਾਰਾਜ ਨੂੰ ਮਰਵਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ। ਉਹੀ ਕੰਮ ਫਿਰ ਗਾਂਹ ਚੱਲ ਕੇ ਧੀਰਮਲ ਨੇ ਕਰਨੇ ਸੀ। ਗੁਰੂ ਸਾਹਿਬ ਕਹਿੰਦੇ ਲੱਗਦਾ ਉਹੀ ਰੂਹ ਫੇਰ ਆ ਗਈ ਆ ਮੁੜ ਕੇ। ਤਹਾਂ ਗਏ ਤੇ ਗ੍ਰੰਥ ਮੰਗਾਏ। ਧੀਰਮਲ ਕਹਿੰਦਾ ਮਾਤਾ ਆਪਣੀ ਨੂੰ, ਮਾਤਾ ਕੱਲਾ ਮੈਨੂੰ ਨਹੀਂ ਬੁਲਾਇਆ, ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੰਗਿਆ ਹੈ। ਜੇ ਮੈਂ ਗੁਰੂ ਗ੍ਰੰਥ ਸਾਹਿਬ ਲੈ ਗਿਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਫਿਰ ਵਾਪਸ ਮੈਨੂੰ ਨਹੀਂ ਦੇਣਾ। ਤਬ ਹਮ ਸ਼ੂਸ਼ੇ ਹੀ ਰਹਿ ਜਾਏ। ਜੇ ਗ੍ਰੰਥ ਉਹਨਾਂ ਕੋਲ ਚਲਾ ਗਿਆ, ਦਾਦਾ ਜੀ ਹੋਰਾਂ ਨੇ ਮੈਨੂੰ ਖਾਲੀ ਮੋੜ ਦੇਣਾ, ਆਪਾਂ ਫਿਰ ਖਾਲੀ ਰਹਿ ਜਾਵਾਂਗੇ। ਆਪਣੀ ਕਿਸੇ ਨੇ ਮਾਨਤਾ ਕਰਨੀ ਨਹੀਂ। ਜੇ ਆਪਣੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਇਆ, ਆਪਣੀ ਸਭ ਦੁਨੀਆ 'ਚ ਮਾਨਤਾ ਹੋਵੇਗੀ। ਤੇ ਜੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਰੱਖ ਲਿਆ, ਆਪਾਂ ਨੂੰ ਕੋਈ ਪੁੱਛੇਗਾ ਹੀ ਨਹੀਂ। ਗ੍ਰੰਥ ਸਾਹਿਬ ਨਿਕਟ ਤੇ ਗੁਰ ਮੈਂ ਅਹੋਂ। ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ। ਅੱਜ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੇਰੇ ਕੋਲ ਹੈ। ਦਾ ਪੜਦਾਦਾ ਜੀ ਵਾਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਦੀ ਲਿਖੀ ਹੋਈ ਜਿਹੜੀ ਹੈ, ਭਾਈ ਗੁਰਦਾਸ ਜੀ ਦੇ ਹੱਥ ਦੀ ਲਿਖੀ ਹੋਈ ਹੈ, ਆਦ ਬੀੜ ਮੇਰੇ ਕੋਲ ਹੈ। ਉਹਦੇ ਕਰਕੇ ਮੈਂ ਗੁਰੂ ਹਾਂ। ਦੁਨੀਆ ਮੈਨੂੰ ਗੁਰੂ ਕਰਕੇ ਮੰਨੇਗੀ, ਕਿਉਂ ਨਹੀਂ ਮੰਨੇਗੀ? ਗੁਰੂ ਗ੍ਰੰਥ ਸਾਹਿਬ ਜਿਹਦੇ ਕੋਲ ਹੋਏਗਾ ਉਹੀ ਗੁਰੂ ਹੋਵੇਗਾ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਤੇ ਅਸੀਂ ਗੁਰੂ ਹਾਂ। ਹਾਂਜੀ। ਸਭ ਸੰਗਤ ਤੇ ਪੂਜਾ ਲਹੋਂ। ਸੰਗਤਾਂ ਪੂਜਾ ਕਰਨਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਕੋਲ ਹੈ। ਕਿਉਂ ਗੁਰੂ ਕੋ ਗੁਰ ਨਹਿ ਬਣੋ। ਮੈਂ ਕਿਸੇ ਦਾ ਬਣਾਇਆ ਗੁਰੂ ਥੋੜ੍ਹਾ ਬਣਨਾ। ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਗੁਰੂ ਕੀ ਬਣਾਉਣਾ ਹੈ? ਮੈਂ ਤੇ ਆਪ ਹੀ ਗੁਰੂ ਬਣ ਜਾਣਾ। ਜਦੋਂ ਗੁਰੂ ਗ੍ਰੰਥ ਸਾਹਿਬ ਵੀ ਮੇਰੇ ਕੋਲ ਹੈ ਤੇ ਮੈਂ ਲੋਕਾਂ ਨੂੰ ਦੱਸਾਂਗਾ ਵੀ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਕੋਲ ਹੈ। ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਉਹ ਗੁਰੂ ਹੈ। ਹਾਂਜੀ। ਤਿੰਨ ਢਿੱਗ ਜਾਓ ਨਾ ਮੈਂ ਸੱਚ ਭਨੋ। ਹੇ ਮਾਂ, ਮੇਰਾ ਫੈਸਲਾ ਸੁਣ ਲਾ। ਕੁਛ ਵੀ ਹੋ ਜੇ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ, ਆਪਣੇ ਦਾਦਾ ਜੀ ਕੋਲ ਨਹੀਂ ਜਾਣਾ। ਮੈਂ ਕੀਰਤਪੁਰ ਸਾਹਿਬ ਬਾਪੂ ਦੇ ਭੋਗ ਤੇ ਨਹੀਂ ਅੱਪੜਨਾ। ਤਵ ਚਿਤ ਮੈਂ ਜੇ ਪਹੁੰਚਨ ਤਹਾਂ। ਹੇ ਮਾਂ, ਜੇ ਤੇਰਾ ਜੀ ਕਰਦਾ ਉੱਥੇ ਜਾਣ ਨੂੰ, ਤੇਰਾ ਮਨ ਇੱਥੇ ਨਹੀਂ ਲੱਗਦਾ, ਭਾਵ ਤੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਮੇਰਾ ਪਤੀ ਚੜ੍ਹਾਈ ਕਰ ਗਿਆ ਤੇ ਮੈਂ ਭੋਗ ਤੇ ਜਾਵਾਂ,
ਗਮਨ ਉਹ ਪ੍ਰਾਤੀ ਮੈਂ ਥਿਰ ਇਹਾਂ। ਤੂੰ ਸਵੇਰੇ ਚਲੀ ਜਾਈਂ ਮਾਤਾ, ਤੂੰ ਚਲੀ ਜਾਈਂ, ਤੇਰਾ ਜੇ ਜੀ ਕਰਦਾ। ਮੈਂ ਇੱਥੇ ਰਵਾਂਗਾ, ਮੈਂ ਨਹੀਂ ਜਾਣਾ, ਕਰਤਾਰਪੁਰ ਹੀ ਰਵਾਂਗਾ, ਮੈਂ ਕੀਰਤਪੁਰ ਸਾਹਿਬ ਨਹੀਂ ਜਾਣਾ। ਕਰਨ ਉਚਿਤ ਅਰ ਕਹਿਬੇ ਜੋਗ। ਹੇ ਮਾਂ, ਜੋ ਕੁਝ ਕਹਿਣਾ ਸੀ ਮੈਂ ਕਹਿਤਾ, ਜੋ ਕੁਝ ਕਰਨਾ ਮੈਂ ਠੀਕ ਸੋਚ ਸਮਝ ਕੇ ਕਰਾਂਗਾ। ਕਰਹੁ ਜਾਏ ਨੀਕੇ ਜਿਮ ਹੋਗ। ਹੇ ਮਾਂ, ਤੂੰ ਜੋ ਉੱਥੇ ਜਾ ਕੇ ਗੱਲਬਾਤ ਕਰਨੀ ਹੈ, ਪਰਿਵਾਰ ਨੂੰ ਮਿਲਣਾ ਗਿਲਣਾ, ਕਿਉਂਕਿ ਦੁੱਖ ਦੀ ਘੜੀ ਹੈ, ਸਾਰਾ ਪਰਿਵਾਰ ਸਾਰੀਆਂ ਸੰਗਤਾਂ ਉੱਥੇ ਆਉਣਗੀਆਂ, ਮੈਂ ਸਮਝਦਾ ਹਾਂ। ਤੂੰ ਜਾ ਕੇ ਆਪੇ ਕਰ ਲਵੀਂ ਸਾਰਾ ਕੁਝ, ਮੈਂ ਨਹੀਂ ਜਾਣਾ। ਹਰ ਰਾਏ ਉੱਥੇ ਹੈ ਆਪਣਾ ਛੋਟਾ, ਉਹ ਕਰ ਲਵੇ ਜਾਂ ਤੂੰ ਕਰ ਲਵੀਂ ਮਾਂ, ਮੈਂ ਨਹੀਂ ਜਾਵਾਂਗਾ। ਇਮ ਤਿਆਰ ਹੋਈ ਤਬ ਨੇਤੀ। ਇਹਦਾ ਧੀਰਮਲ ਨੇ ਤੇ ਜਵਾਬ ਦੇ ਦਿੱਤਾ ਭੋਗ ਤੇ ਜਾਣ ਨੂੰ, ਕੀਰਤਪੁਰ ਸਾਹਿਬ ਜਾਣ ਤੋਂ ਨਾ ਕਰ ਦਿੱਤੀ। ਮਾਤਾ ਨੱਤੀ ਨੂੰ ਤਾਂ ਜਾਣਾ ਹੀ ਪੈਣਾ ਸੀ ਨਾ, ਕਿਉਂ? ਉਹਦਾ ਤਾਂ ਪਤੀ ਸੀ ਬਾਬਾ ਗੁਰਦਿੱਤਾ। ਪਤੀ ਦੇ ਭੋਗ ਤੇ ਬੜਾ ਵੱਡਾ ਦੁੱਖ ਹੁੰਦਾ ਇਸਤਰੀ ਵਾਸਤੇ, ਜਿਹਦਾ ਸਿਰ ਦਾ ਸਾਈਂ ਚਲਾ ਜਾਵੇ, ਬੱਚੇ ਛੋਟੇ ਹੋਣ, ਇਸਤਰੀ ਵਾਸਤੇ ਬਹੁਤ ਵੱਡਾ ਦੁੱਖ ਹੈ। ਮਾਤਾ ਨੱਤੀ ਨੂੰ ਤੁਰਨਾ ਪਿਆ, ਜਾਣਾ ਪਿਆ। ਬੜ ਨੰਦਨ ਕੀ ਮਸਲਤ ਸੇਤੀ। ਆਪਣੇ ਪੁੱਤਰ ਵੱਡੇ ਪੁੱਤਰ ਧੀਰਮਲ ਨਾਲ ਸਲਾਹ ਕਰਕੇ ਮਾਤਾ ਨੱਤੀ ਤਿਆਰ ਹੋਈ ਹੈ। ਉਠ ਪ੍ਰਭਾਤ ਸਯੰਦਨ ਜੁਰਵਾਇਓ। ਉੱਠ ਕੇ ਸਾਧ ਸੰਗਤ ਜੀ ਸਵੇਰੇ ਰੱਥ ਜੋੜਿਆ ਹੈ, ਜੁੜਵਾਇਆ ਹੈ, ਮਾਤਾ ਨੇ ਤਿਆਰੀ ਕਰਾਈ ਹੈ ਜਾਣ ਦੀ। ਕਰ ਤੂਰਨ ਵਿੱਚ ਪੰਥ ਚਲਾਇਓ। ਤੇ ਛੇਤੀ ਨਾਲ ਹੀ, ਕਿਉਂਕਿ ਸਫ਼ਰ ਕਰਨਾ ਸੀ, ਕੀਰਤਪੁਰ ਪਹੁੰਚਣਾ ਸੀ, ਰੱਥ ਵਿੱਚ ਸਵਾਰ ਹੋ ਕੇ ਕੁਝ ਦਾਸਾਂ ਨੂੰ, ਸੇਵਾਦਾਰਾਂ ਨੂੰ, ਟਹਿਲੂਆਂ ਨੂੰ, ਦਾਸੀਆਂ ਨੂੰ ਨਾਲ ਲੈ ਕੇ ਮਾਤਾ ਜੀ, ਮਾਤਾ ਨੱਤੀ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਹੈ, ਬਾਬੇ ਗੁਰਦਿੱਤੇ ਦੀ ਪਤਨੀ ਹੈ, ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਮਾਂ ਹੈ। ਬਟਾਲੇ ਦੀ ਇਹ ਜੰਪਲ ਸੀ, ਬਟਾਲੇ ਇਹਨਾਂ ਦੇ ਪੇਕੇ ਸਨ। ਤੋ ਬਾਬੇ ਗੁਰਦਿੱਤੇ ਦੇ ਭੋਗ ਤੇ ਆਪਣੇ ਪਤੀ ਦੇ ਭੋਗ ਤੇ ਪਹੁੰਚਣ ਲਈ ਤੁਰ ਪਈ ਹੈ। ਸਗਰੋ ਮਗ ਉਲੰਘ ਸੋ ਗਈ। ਸਾਰਾ ਸਫ਼ਰ, ਸਾਰਾ ਪੈਂਡਾ ਤੈਅ ਕਰਕੇ ਕੀਰਤਪੁਰ ਪਹੁੰਚ ਗਈ। ਕੀਰਤਪੁਰੇ ਪ੍ਰਵੇਸ਼ਿਤ ਭਈ। ਕੀਰਤਪੁਰ ਸਾਹਿਬ ਪਹੁੰਚੀ ਹੈ, ਮਨ ਬਹੁਤ ਜ਼ਿਆਦਾ ਦੁਖੀ ਹੈ। ਕਿਉਂ? ਇਸ ਉਮਰ ਦੇ ਵਿੱਚ ਅਜੇ ਮਾਤਾ ਦੀ ਉਮਰ ਕਿਹੜੀ ਹੋਈ? ਬਾਬਾ ਗੁਰਦਿੱਤਾ ਜੀ 25 ਸਾਲਾਂ ਦੇ ਸਨ, ਤੇ ਇਹ ਮਾਤਾ ਉਹਨਾਂ ਤੋਂ ਘੱਟ ਹੀ ਉਮਰ ਦੀ ਸੀ। ਤੋ ਜਵਾਨੀ ਦੀ ਉਮਰ ਵਿੱਚ ਸਿਰ ਤਾਂ ਸਾਈਂ ਚਲਾ ਗਿਆ। ਮਾਤਾ ਨੱਤੀ ਬਹੁਤ ਦੁਖੀ ਮਨ ਦੇ ਨਾਲ ਪਹੁੰਚੀ ਹੈ। ਅਦਕ ਸ਼ੋਕ ਤੇ ਰੁਦਤ ਪੁਕਾਰਤ। ਬੜੀ ਸ਼ੋਕਾਤੁਰ ਹੋਈ, ਵੈਰਾਗ ਕਰਦੀ ਹੈ। ਗੁਰ ਘਰ ਮੈਂ ਪ੍ਰਾਪਤ ਦੁਖਿਆਰਤ। ਇਹ ਦੁਖੀ ਹੁੰਦੀ ਆਪਣੇ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਪਹੁੰਚੀ ਹੈ, ਸਹੁਰੇ ਘਰ ਵਿੱਚ। ਜੁਗ ਸਾਸਨ ਸੋ ਮਿਲ ਕਰ ਰੋਈ। ਆਪਣੀਆਂ ਦੋਵਾਂ ਸੱਸਾਂ ਨੂੰ ਮਿਲ ਕੇ ਰੋਈ ਹੈ, ਕਿਉਂਕਿ ਮਾਤਾ ਦਮੋਦਰੀ ਜਿਹਦੀ ਵੱਡੀ ਸੀ, ਉਹਦਾ ਜੋਤੀ ਜੋਤ ਸਮਾ ਗਏ ਸਨ ਮਾਤਾ ਜੀ। ਹੁਣ ਮਾਤਾ ਨਾਨਕੀ ਤੇ ਮਾਤਾ ਮਹਾਂਦੇਵੀ ਸਨ, ਉਹਨਾਂ ਨੂੰ ਮਿਲ ਕੇ ਉਹਨਾਂ ਦੇ ਗਲ ਲੱਗ ਕੇ ਰੋਈ ਹੈ। ਅੰਤ ਸਮੈ ਪਤ ਨਹਿ ਅਵਲੋਈ। ਕਹਿੰਦੇ ਮਨ ਬੜਾ ਦੁਖੀ ਵਿਚਾਰੀ ਦਾ, ਵੀ ਮੈਂ ਅੰਤ ਸਮੇਂ ਪਤੀ ਦਾ ਮੂੰਹ ਵੀ ਨਹੀਂ ਦੇਖ ਸਕੀ। ਪਤੀ ਕੋਲ ਹੁੰਦੀ ਤਾਂ ਉਹਦੇ ਦਰਸ਼ਨ ਤਾਂ ਕਰ ਲੈਂਦੀ, ਪਤੀ ਦੇ ਦਰਸ਼ਨ ਵੀ ਨਹੀਂ ਹੋਏ ਅਖੀਰਲੇ ਸਮੇਂ, ਸਵਾਸ ਜਦੋਂ ਉਹਨਾਂ ਨੇ ਛੱਡੇ ਹਨ, ਚੋਲਾ ਛੱਡਿਆ ਹੈ। ਇਸ ਕਰਕੇ ਬਹੁਤ ਜ਼ਿਆਦਾ ਮਨ 'ਚ ਦੁਖੀ ਹੈ ਮਾਤਾ ਨੱਤੀ ਜੀ। ਕਿਤਕ ਦੇਰ ਮਹਿ ਧੀਰਜ ਧਾਰੀ। ਕੁਝ ਚਿਰ ਰੋਂਦੀ ਰਹੀ, ਬਿਰਲਾਪ ਕਰਦੀ ਰਹੀ, ਫਿਰ ਕੁਝ ਸਮੇਂ ਬਾਅਦ ਹੌਸਲਾ ਕੀਤਾ, ਧੀਰਜ ਧਾਰਿਆ। ਧੀਰ ਮਲ ਕੀ ਗਾਥ ਉਚਾਰੀ। ਫਿਰ ਗੱਲਬਾਤ ਚੱਲੀ। ਮਾਤਾ ਨਾਨਕੀ ਹੋਰਾਂ ਨੇ, ਮਹਾਂਦੇਵੀ ਹੋਰਾਂ ਨੇ, ਸਾਰਿਆਂ ਨੇ ਪੁੱਛਣਾ ਹੀ ਸੀ ਬਈ ਧੀਰਮਲ ਨਹੀਂ ਆਇਆ, ਕਿ ਵੱਡਾ ਪੁੱਤਰ ਹੈ ਉਹ ਕਿੱਥੇ ਹੈ? ਤਾਂ ਫਿਰ ਮਾਤਾ ਨੱਤੀ ਨੇ ਰੋਂਦਿਆਂ ਰੋਂਦਿਆਂ ਸਾਰੀ ਗੱਲਬਾਤ ਧੀਰਮਲ ਦੀ ਦੱਸੀ ਹੈ। ਜਿਮ ਜਿਮ ਕਹਿਓ ਨ ਆਵਨ ਕੀਨ। ਜੋ ਧੀਰਮਲ ਨੇ ਕਿਹਾ ਸੀ, ਮੈਂ ਉੱਥੇ ਨਹੀਂ ਜਾਣਾ, ਮੇਰੇ ਨਾਲ ਦਾਦਾ ਜੀ ਠੀਕ ਨਹੀਂ ਬੋਲਦੇ, ਮੈਨੂੰ ਚੰਗਾ ਨਹੀਂ ਸਮਝਦੇ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਹੀਂ ਦੇਣਾ, ਇਹ ਸਾਰੀਆਂ ਗੱਲਾਂ ਮਾਤਾ ਨੱਤੀ ਨੇ, ਕਿਉਂਕਿ ਆਪਣੇ ਪਰਿਵਾਰ ਦੀ ਗੱਲ ਸੀ, ਨਾਲੇ ਧੀਰਮਲ ਦਾ ਸੁਭਾਅ ਵੱਖਰਾ ਸੀ, ਬਾਕੀ ਦਾ ਸਾਰਾ ਪਰਿਵਾਰ ਇਕੱਠਾ ਸੀ।
ਮਹਾਰਾਜ ਛੇਵੇਂ ਪਾਤਸ਼ਾਹ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਤੇਗ ਬਹਾਦਰ ਜੀ, ਮਾਤਾ ਨਾਨਕੀ, ਮਾਂ ਦੇਵੀ, ਇਹ ਸਾਰੇ ਇੱਕ ਪਾਸੇ ਸਨ, ਇਕੱਠੇ ਸਨ। ਇੱਕ ਧੀਰਮਲ ਹੀ ਸੀ ਨਾ ਵਿੱਚੋਂ ਵੀ ਜਿਹੜਾ ਵੱਖਰਾ ਤੁਰਦਾ ਸੀ, ਵੱਖਰਾ ਸੋਚਦਾ ਸੀ। ਮਾਤਾ ਨੱਤੀ ਵੀ ਸਮਝਦੀ ਸੀ ਵੀ ਭਾਵੇਂ ਧੀਰਮਲ ਵੱਡਾ ਪੁੱਤਰ ਹੈ ਪਰ ਗਲਤ ਰਾਹ 'ਤੇ ਤੁਰਿਆ ਹੋਇਆ। ਮਾਤਾ ਨੱਤੀ ਨੇ ਉਸ ਵੇਲੇ ਸਾਰੀ ਗੱਲਬਾਤ ਆਪਣੀਆਂ ਸੱਸਾਂ ਨੂੰ ਸੁਣਾ ਦਿੱਤੀ। ਦਾਸੀ ਕੋ ਸੁਨਾਏ ਸਭ ਦੀਨ। ਸਿਆਣੀ ਦਾਸੀ ਨੂੰ ਸੁਣਾਇਆ ਵੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ ਜਾ ਕੇ ਦੱਸ ਦੇ ਵੀ ਤੁਹਾਡਾ ਪੋਤਰਾ ਆਇਆ ਨਹੀਂ, ਤੇ ਆਇਆ ਕਿਉਂ ਨਹੀਂ, ਉਹਨੇ ਕੀ ਕਿਹਾ ਉਹ ਵੀ ਦੱਸ ਦੇ, ਕਿਉਂਕਿ ਹਰ ਗੱਲ ਦਾ ਮਹਾਰਾਜ ਨੂੰ ਪਤਾ ਹੋਣਾ ਚਾਹੀਦਾ ਹੈ। ਹਾਂਜੀ। ਸੋ ਚੱਲ ਗਈ ਗੁਰੂ ਕੇ ਤੀਰ। ਦਾਸੀ ਮਾਤਾ ਨੱਤੀ ਕੋਲੋਂ ਸਾਰੀ ਗੱਲਬਾਤ ਸੁਣ ਕੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਗਈ। ਧੀਰ ਮਲ ਕੀ ਭਨੀ ਅਧੀਰ। ਦਾਸੀ ਨੇ ਹੱਥ ਜੋੜ ਕੇ ਸਾਰੀ ਗੱਲ ਧੀਰਮਲ ਦੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਦੱਸੀ। ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਵੱਡੀ ਨੂੰਹ ਆਈ ਹੈ ਤੇ ਉਹ ਦੱਸ ਰਹੀ ਹੈ ਵੀ ਧੀਰਮਲ ਨਹੀਂ ਆਇਆ। ਤੁਸੀਂ ਤੇ ਬੁਲਾਇਆ ਧੀਰਮਲ ਨੂੰ ਵੀ ਪੁੱਤਰ ਆ ਕੇ ਪਿਤਾ ਦਾ ਭੋਗ ਸਾਰਾ ਸਮਾਗਮ ਕਰਾ, ਪਰ ਉਹਨੇ ਆਹ ਗੱਲ ਕਹੀ ਹੈ ਵੀ ਮੈਂ ਉੱਥੇ ਜਾਣਾ ਹੀ ਨਹੀਂ, ਮੈਂ ਇੱਥੇ ਕਰਤਾਰਪੁਰ 'ਚ ਹੀ ਰਹਿਣਾ, ਮੈਂ ਤੇ ਤੁਰਕਾਂ ਦੇ ਨਾਲ ਮੇਰੀ ਬਣਦੀ ਹੈ, ਮੈਂ ਗੁਰੂ ਤੋਂ ਕੀ ਲੈਣਾ। ਇੱਦਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਰੀਆਂ ਦਾਸੀ ਨੇ ਸਤਿਗੁਰੂ ਜੀ ਨੂੰ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਅਰਜ਼ ਕਰ ਦਿੱਤੀਆਂ। ਸੁਨ ਸਤਿਗੁਰ ਤੂਸ਼ਨ ਹੀ ਰਹੇ। ਮਹਾਰਾਜ ਬੜੇ ਗੈਰ ਗੰਭੀਰ ਸੁਭਾਅ ਦੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਸੁਣ ਕੇ ਚੁੱਪ ਰਹੇ, ਕਿਉਂਕਿ ਜਿਹੜੇ ਵੱਡੇ ਮਹਾਂਪੁਰਸ਼ ਹੁੰਦੇ ਨਾ ਬੜੇ ਧੀਰਜਵਾਨ, ਬੜੇ ਠੰਡੇ ਸੁਭਾਅ ਦੇ, ਕਾਲੇ ਸੁਭਾਅ ਦੇ ਨਹੀਂ ਹੁੰਦੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਸੁਣ ਕੇ ਚੁੱਪ ਰਹੇ। ਉਹਨੂੰ ਪਤਾ ਹੀ ਸੀ, ਪਹਿਲਾਂ ਹੀ ਜਾਣ ਸਤਿਗੁਰਾਂ ਨੇ ਬਚਨ ਹੀ ਕਰਤਾ ਸੀ ਵੀ ਇਹ ਤਾਂ ਸਾਡਾ ਤਾਇਆ ਹੀ ਜੰਮ ਪਿਆ ਸਾਡੇ ਘਰ, ਇਹਨੇ ਇਹੀ ਕੁਝ ਹੀ ਕਰਨਾ ਹੈ। ਹਾਂਜੀ। ਕੁਟਲ ਮਹਾ ਪ੍ਰਿਥਿਆ ਸਮ ਲਹੇ। ਇਹ ਪ੍ਰਿਥੀ ਵਰਗਾ ਹੀ ਕੁਟਲ ਹੈ। ਜਿਵੇਂ ਸਾਡਾ ਤਾਇਆ ਸੀ ਨਾ ਪ੍ਰਿਥੀ ਚੰਦ, ਜਿਹੋ ਜਿਹੇ ਉਹਦੇ ਲੱਛਣ ਸੀਗੇ ਉਹੋ ਜਿਹੇ ਇਹਦੇ ਹਨ। ਗੁਰ ਸੁਤ ਕੀ ਜੂ ਕਿਰਿਆ ਸਮਦਾਈ। ਮਹਾਰਾਜ ਨੇ ਆਖਿਆ ਵੀ ਚਲੋ ਜੋ ਵਾਹਿਗੁਰੂ ਦਾ ਹੁਕਮ ਹੈ, ਨਹੀਂ ਆਉਂਦਾ ਨਾ ਆਵੇ, ਉਹਦੀ ਮਰਜ਼ੀ ਹੈ। ਆਪਾਂ ਤੇ ਬੁਲਾਣਾ ਸੀ, ਬੁਲਾਇਆ। ਦੁੱਖ ਦੀ ਘੜੀ ਹੈ, ਜੇ ਦੁੱਖ ਦੀ ਘੜੀ 'ਚ ਕਹਿੰਦੇ ਵੀ ਸੁੱਖ ਦੀ ਘੜੀ 'ਚ ਨਾ ਕੋਈ ਜਾਵੇ ਨਾ ਜਾਵੇ, ਦੁੱਖ ਦੀ ਘੜੀ ਜ਼ਰੂਰ ਜਾਣਾ ਚਾਹੀਦਾ, ਭਾਵੇਂ ਦੁਸ਼ਮਣ ਦਾ ਵੀ ਘਰ ਹੋਵੇ। ਪਰ ਇਹਦੀ ਸਮਝ ਇੰਨੀ ਹੈ, ਇਹਨੂੰ ਵਾਹਿਗੁਰੂ ਪਰਮੇਸ਼ਰ ਨੇ ਮੱਤ ਹੀ ਇੰਨੀ ਦਿੱਤੀ ਹੈ। ਗੁਰੂ ਸਾਹਿਬ ਉੱਧਰੋਂ ਆਪਣਾ ਖਿਆਲ ਹਟਾ ਕੇ ਜਿਹੜੀ ਬਾਬੇ ਗੁਰਦਿੱਤੇ ਦੇ ਭੋਗ ਦੀ ਕਿਰਿਆ ਸੀ ਸਾਰੀ ਉੱਧਰ ਧਿਆਨ ਦਿੱਤਾ। ਸਾਦਰ ਸ਼੍ਰੀ ਹਰਿ ਰਾਏ ਕਰਾਈ। ਬੜੇ ਮਰਿਆਦਾ ਨਾਲ ਜੋ ਵੀ ਮਰਿਆਦਾ ਸੀ ਨਾ ਉਹ ਗੁਰੂ ਹਰਿਰਾਏ ਸਾਹਿਬ ਜੀ ਨੇ ਕਰਾਈ। ਵੱਡਾ ਧੀਰਮਲ ਸੀ, ਛੋਟੇ ਮਹਾਰਾਜ ਸਤਵੇਂ ਪਾਤਸ਼ਾਹ, ਦੋ ਭਰਾ ਸਨ, ਤੇ ਸਤਵੇਂ ਪਾਤਸ਼ਾਹ ਜੀ ਨੇ ਫਿਰ ਸਾਰਾ ਕੁਝ ਹੀ ਬੜੀ ਜ਼ਿੰਮੇਵਾਰੀ ਦੇ ਨਾਲ ਆਪਣੇ ਪਿਤਾ ਦਾ ਭੋਗ ਦਾ ਜਿਹੜਾ ਪ੍ਰੋਗਰਾਮ ਹੁੰਦਾ, ਕਿਰਿਆ ਹੁੰਦੀ ਹੈ, ਉਹ ਕਰਵਾਈ ਹੈ। ਉਸ ਵੇਲੇ ਮਹਾਰਾਜ ਜੀ ਦੀ ਉਮਰ ਕੁੱਲ 6 ਸਾਲ ਦੀ ਸੀ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ। ਉਹਨਾਂ ਨੇ ਆਪਣੇ ਦਾਦਾ ਜੀ ਦੀ ਰਹਿਨੁਮਾਈ 'ਚ, ਉਹਨਾਂ ਦੀ ਅਗਵਾਈ ਵਿੱਚ ਜੋ ਵੀ ਪਿਤਾ ਦੇ ਥਾਂ 'ਤੇ ਪੁੱਤਰ ਦਾ ਫਰਜ਼ ਹੁੰਦਾ ਹੈ, ਸੰਸਕਾਰ ਵੀ ਮਹਾਰਾਜ ਗੁਰੂ ਸਤਵੇਂ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਆਪਣੇ ਹੱਥੀਂ ਅੰਗੀਠੇ ਨੂੰ ਚੰਡਾ ਲਾਇਆ। ਉਸ ਤੋਂ ਬਾਅਦ ਵੀ ਜੋ ਰੀਤੀ ਰਿਵਾਜ ਹੈ ਉਹ ਸਤਵੇਂ ਪਾਤਸ਼ਾਹ ਜੀ ਮਹਾਰਾਜ ਨੇ ਕੀਤੀ ਹੈ। ਦੋਹਰਾ ਅਪਰ ਜਹਾਂ ਕਹਿ ਸੁਧ ਗਈ। ਹੋਰ ਜਿੱਥੇ ਕਿੱਥੇ ਥਾਂ ਥਾਂ 'ਤੇ ਖਬਰਾਂ ਪਹੁੰਚ ਗਈਆਂ। ਗੋਇੰਦਵਾਲ ਸਾਹਿਬ, ਬਟਾਲੇ ਬਾਬੇ ਗੁਰਦਿੱਤੇ ਦੇ ਸਹੁਰੇ ਸਨ। ਇਸੇ ਤਰ੍ਹਾਂ ਬਾਬੇ ਬਕਾਲੇ ਬਾਬਾ ਮੇਹਰ ਚੰਦ ਜੀ ਨੂੰ, ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਬਾਬਾ ਹਰੀਦਾਸ ਜੀ, ਇਸੇ ਤਰ੍ਹਾਂ ਹੀ ਸ੍ਰੀ ਖੰਡੂਰ ਸਾਹਿਬ ਅਤੇ ਮਾਲਵੇ ਦੀ ਧਰਤੀ 'ਤੇ ਭਾਈ ਰੂਪਾ, ਭਾਈ ਜੋਧ ਰਾਏ, ਇਹਨਾਂ ਸਾਰਿਆਂ ਨੂੰ ਖਬਰ ਪਹੁੰਚੀ ਹੈ। ਸੁਨ ਸੁਨ ਸਭ ਬਿਸਮਾਏ। ਥਾਂ ਥਾਂ 'ਤੇ ਸੰਗਤਾਂ ਬਹਿਰਾਨ ਹੋ ਗਈਆਂ। ਲੱਖਾਂ ਸੰਗਤਾਂ ਸੀ ਗੁਰੂ ਘਰ ਨੂੰ ਮੰਨਣ ਵਾਲੀਆਂ। ਜਿੱਥੇ ਜਿੱਥੇ ਖਬਰ ਪਹੁੰਚਦੀ ਗਈ ਬਾਬੇ ਗੁਰਦਿੱਤੇ ਜੀ ਦੇ ਚਲਾਣੇ ਦੀ, ਸਭ ਸੰਗਤਾਂ ਹੈਰਾਨ ਹੋ ਰਹੀਆਂ ਹਨ। ਭਏ ਤਿਆਰ ਆਗਮਨ ਹਿਤ। ਸਭ ਲੋਕ ਇੱਥੇ ਸ੍ਰੀ ਕੀਰਤਪੁਰ ਸਾਹਿਬ ਭੋਗ ਤੋਂ ਪਹਿਲਾਂ ਪਹੁੰਚਣ ਲਈ ਤਿਆਰ ਹੋ ਕੇ ਤੁਰ ਪਏ ਹਨ।
ਸਨ ਬੰਦੀ ਸਮੁਦਾਏ। ਜਿੰਨੇ ਸੰਬੰਧੀ ਰਿਸ਼ਤੇਦਾਰ ਵੀ ਭੋਗ ਤੋਂ ਪਹਿਲਾਂ ਪਹੁੰਚ ਜਾਈਏ। ਬਸਹਿ ਗ੍ਰਾਮ ਰਾਮਦਾਸ ਕੇ। ਸ੍ਰੀ ਅੰਮ੍ਰਿਤਸਰ ਸਾਹਿਬ ਤੇ ਰਮਦਾਸ ਸਾਧ ਸੰਗਤ ਜੀ ਡੇਰੇ ਬਾਬੇ ਨਾਨਕ ਦੇ ਲਾਗੇ ਪਿੰਡ ਹੈ। ਇਹ ਬਾਬੇ ਬੁੱਢੇ ਸਾਹਿਬ ਜੀ ਮਹਾਂਪੁਰਸ਼ਾਂ ਦਾ ਜੋਤੀ ਜੋਤ ਸਮਾਨ ਦਾ ਸਥਾਨ ਹੈ। ਉੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ। ਹਾਂਜੀ। ਬ੍ਰਿਧ ਕੋ ਪੁੱਤਰ ਸੁਭਾਗ। ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਭਾਨਾ ਜੀ, ਭਾਈ ਭਾਨਾ ਜੀ ਉੱਥੇ ਰਹਿੰਦੇ ਹਨ। ਸੁਨ ਤਿਆਰੀ ਤੂਰਨ ਕਰੀ। ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਇੱਦਾਂ ਜੋਤੀ ਜੋਤ ਸਮਾ ਗਏ। ਉਹਨਾਂ ਨੇ ਉੱਥੋਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਤਿਆਰੀਆਂ ਕਰ ਲਈਆਂ। ਗੁਰਦਿਸ਼ ਆਵਨ ਲਾਗ। ਉੱਥੋਂ ਚੱਲ ਪਏ ਰਮਦਾਸ ਤੋਂ ਗੁਰੂ ਮਹਾਰਾਜ ਦੀ ਨਗਰੀ ਕੀਰਤਪੁਰ ਸਾਹਿਬ ਆਉਣ ਵਾਸਤੇ ਤੁਰ ਪਏ। ਚੌਪਈ ਚਲਿਓ ਬਟਾਲੇ ਕੇ ਮਗ ਆਇਓ। ਔਰ ਪਹਿਲਾਂ ਬਟਾਲੇ ਆਏ ਹਨ ਰਮਦਾਸ ਤੋਂ ਚੱਲ ਕੇ। ਰਾਮੈ ਸੰਗ ਮਿਲਿਓ ਸਭ ਗਾਇਓ। ਭਾਈ ਰਾਮੇ ਨੂੰ ਮਿਲੇ ਨੇ। ਰਾਮਾ ਜਿਹੜਾ ਬਾਬੇ ਗੁਰਦਿੱਤੇ ਦਾ ਸਹੁਰਾ ਪਰਿਵਾਰ ਹੈ, ਉਹਨਾਂ ਨੂੰ ਦੱਸੀ ਵੀ ਇੱਦਾਂ ਭਾਣਾ ਵਰਤਿਆ ਹੈ ਤੇ ਆਪਾਂ ਹੁਣ ਇਕੱਠੇ ਹੋ ਕੇ ਚੱਲੀਏ। ਕਰਤ ਸ਼ੋਕ ਸੋ ਪੀ ਹੋਏ ਤਿਆਰ। ਉਹ ਵੀ ਬੜੇ ਸ਼ੋਕਾਤੁਰ ਹੋ ਕੇ, ਕਿਉਂਕਿ ਖਬਰ ਹੀ ਬੜੀ ਮਾੜੀ ਸੀਗੀ, ਤੇ ਸਾਰੇ ਉੱਥੋਂ ਬਟਾਲੇ ਤੋਂ ਤਿਆਰ ਹੋ ਕੇ ਤੁਰ ਪਏ। ਗਮਨ ਕੀਨ ਪਿਖ ਭਈ ਸਕਾਰ। ਸਾਧ ਸੰਗਤ ਜੀ ਸਵੇਰ ਸਾਰੀ ਤੁਰ ਪਏ ਹਨ ਬਟਾਲੇ ਤੋਂ। ਸ਼੍ਰੀ ਕੀਰਤਪੁਰ ਪਹੁੰਚੇ ਆਈ। ਔਰ ਬਹੁਤ ਛੇਤੀ ਨਾਲ ਕੀਰਤਪੁਰ ਸਾਹਿਬ ਆ ਪਹੁੰਚੇ ਹਨ। ਸਤਿਗੁਰ ਸੋ ਮਿਲ ਗਰੀਬ ਨਿਵਾਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲ ਕੇ ਮੱਥਾ ਟੇਕਿਆ ਸਾਰਿਆਂ ਨੇ। ਰਾਮੇ ਸਹਿਤ ਬੈਠ ਤਬ ਗਏ। ਭਾਈ ਰਾਮਾ ਵੀ ਬੜਾ ਦੁਖੀ ਸੀ ਤੇ ਇਸੇ ਤਰ੍ਹਾਂ ਹੋਰ ਸੰਗਤਾਂ ਸਾਰੀਆਂ ਜਿਹੜੀਆਂ ਬਟਾਲੇ ਤੋਂ, ਰਮਦਾਸ ਤੋਂ, ਜ਼ਿਲ੍ਹੇ ਗੁਰਦਾਸਪੁਰ ਚੋਂ ਆਈਆਂ, ਉਹ ਸਾਰੀਆਂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੈਠ ਗਈਆਂ। ਬਾਤ ਕਰਤ ਗੁਰ ਸੁਤ ਕੀ ਭਏ। ਸਾਰੇ ਬਾਬੇ ਗੁਰਦਿੱਤੇ ਜੀ ਦੀ ਗੱਲਬਾਤ ਕਰਦੇ। ਕਹਿੰਦੇ ਬਾਬਾ ਗੁਰਦਿੱਤਾ ਜੀ, ਉਹਨਾਂ ਵਰਗਾ ਮਹਾਂਪੁਰਸ਼, ਉਹਨਾਂ ਵਰਗਾ ਮਿਲਣਸਾਰ, ਉਹਨਾਂ ਵਰਗਾ ਹਸਮੁਖ ਕੌਣ ਮਿਲੇਗਾ। ਹਰ ਵੇਲੇ ਖਿੜਿਆ ਚਿਹਰਾ, ਸ਼ਾਂਤ ਤੇ ਗੰਭੀਰ, ਬਹੁਤ ਹੀ ਗੁਣਾਂ ਦੇ ਮਾਲਕ ਸਨ, ਬਹੁਤ ਹੀ ਸੁਘੜ ਸਿਆਣੇ ਸਨ ਬਾਬਾ ਗੁਰਦਿੱਤਾ ਜੀ। ਹਰੀ ਚੰਦ ਭਾਗਣ ਅਰ ਦਵਾਰਾ। ਕਹਿੰਦੇ ਬਾਬਾ ਹਰੀ ਚੰਦ ਤੇ ਮਾਈ ਭਾਗਣ ਤੇ ਭਾਈ ਦਵਾਰਾ ਇਹ ਸਾਰੇ ਆਏ ਹਨ। ਇਹ ਸਭ ਗੇ ਪਰਲੋਕ ਮਝਾਰਾ। ਇਹ ਪਹਿਲਾਂ ਪਰਲੋਕ ਗਮਨ ਕਰ ਚੁੱਕੇ ਸਨ ਜਿਹੜੇ ਸਾਹਿਬਜ਼ਾਦੇ ਭੱਲੇ ਤੇ ਹਨ। ਤੇ ਜਿਹੜੇ ਸਾਹਿਬਜ਼ਾਦੇ ਸਨ ਭੱਲੇ, ਗੁਰੂ ਅਮਰਦਾਸ ਜੀ ਦੇ ਅੰਸ਼ ਬੰਸ, ਬਾਬਾ ਮੋਹਰੀ ਦੇ ਗਾਂ ਪੋਤੇ ਪੜੋਤੇ, ਤੇ ਇੱਦਾਂ ਹੀ ਸਾਧ ਸੰਗਤ ਜੀ ਤ੍ਰੇਹਣਾ ਜੋ ਗੁਰੂ ਅੰਗਦ ਦੇਵ ਜੀ ਦੇ ਪੋਤੇ ਪੜਪੋਤਰੇ। ਸੁਨਤ ਸ਼ੋਕ ਕੀ ਨਸ ਜੁਤ ਗਏ ਹਨ। ਉਹ ਅਫਸਾਨੇ ਪਰਿਵਾਰਾਂ ਦੇ ਵਿਚਾਰੇ ਦੁਖੀ ਹੋ ਕੇ ਆਏ ਹਨ। ਮਿਲ ਆਪਸ ਮਹਿ ਦੋਨੋਂ ਚਲੇ। ਇਹ ਗੋਇੰਦਵਾਲ ਸਾਹਿਬ ਤੇ ਖੰਡੂਰ ਵਾਲੇ ਜਿੱਥੇ ਜਾਂਦੇ ਇਕੱਠੇ ਜਾਂਦੇ ਸੀ ਲਗਭਗ। ਪਹਿਲਾਂ ਤਾਂ ਆਪਸ ਥੋੜ੍ਹਾ ਜਿਹਾ ਨਾਰਾਜ਼ਗੀ ਰਹੀ, ਫਿਰ ਇਹ ਬਹੁਤ ਪ੍ਰੇਮ ਹੋ ਗਿਆ ਦੋਵਾਂ ਦਾ। ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਤਾਂ ਫਿਰ ਜਿੱਥੇ ਜਾਂਦੇ ਸੀ ਇਕੱਠੇ ਹੀ ਜਾਂਦੇ ਸੀ। ਗੁਰੂ ਅਰਜਨ ਦੇਵ ਜੀ ਨੇ ਦੋਵਾਂ ਪਰਿਵਾਰਾਂ ਨੂੰ ਬਹੁਤ ਨੇੜੇ ਕਰ ਦਿੱਤਾ ਸੀ। ਤੋ ਹੁਣ ਤਾਂ ਇਹਨਾਂ ਦੀਆਂ ਚੌਥੀਆਂ ਪੰਜਵੀਆਂ ਪੀੜ੍ਹੀਆਂ ਪਹੁੰਚ ਗਈਆਂ। ਤੋ ਇਹ ਫਿਰ ਕਹਿੰਦੇ ਵੀ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਆਏ, ਖੰਡੂਰ ਸਾਹਿਬ ਵਾਲੇ, ਤੇ ਉੱਥੋਂ ਸ੍ਰੀ ਕੀਰਤਪੁਰ ਸਾਹਿਬ ਆਏ। ਸਨੇ ਸਨੇ ਮਗ ਲੰਗਤ ਭਲੇ। ਸਾਰਾ ਪੈਂਡਾ ਲੰਘ ਕੇ ਪੂਰਬ ਪਹੁੰਚੇ ਪੁਰ ਕਰਤਾਰਾ। ਪਹਿਲਾਂ ਉਹ ਕਰਤਾਰਪੁਰ ਆਏ ਗੋਇੰਦਵਾਲ ਸਾਹਿਬ ਵਾਲੇ ਤੇ ਖੰਡੂਰ ਵਾਲੇ, ਕਿਉਂਕਿ ਉੱਥੇ ਵੀ ਅੱਧਾ ਪਰਿਵਾਰ ਸਮਝੋ ਰਹਿੰਦਾ। ਬਾਬਾ ਧੀਰਮਲ ਜੋ ਰਹਿੰਦਾ, ਧੀਰਮਲ ਨੂੰ ਮਿਲੇ ਹਨ ਆ ਕੇ ਸਾਰੇ ਗੋਇੰਦਵਾਲ ਸਾਹਿਬ ਵਾਲੇ। ਨਿਸਾ ਭਰੀ ਲਖ ਕੀਨ ਉਤਾਰਾ। ਨਾਲੇ ਰਾਤ ਪੈ ਗਈ ਉਹਨਾਂ ਨੂੰ ਉੱਥੇ ਕਰਤਾਰਪੁਰ। ਉਹਨਾਂ ਆਖਿਆ ਵੀ ਚਲੋ ਰਾਤ ਨਾਲੇ ਇੱਥੇ ਰਵਾਂਗੇ, ਨਾਲੇ ਧੀਰਮਲ ਨੂੰ ਅਫਸੋਸ ਕਰ ਚੱਲੀਏ। ਧੀਰ ਮੱਲ ਸੋ ਮੇਲਾ ਭਇਓ। ਧੀਰਮਲ ਨੂੰ ਮਿਲੇ ਹਨ ਆ ਕੇ ਭੱਲੇ ਤੇ ਤ੍ਰੇਹਣ ਸਾਹਿਬਜ਼ਾਦੇ ਗੁਰੂ ਅੰਗਦ ਦੇਵ ਜੀ ਦੇ ਤੇ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ। ਆਪਨ ਪ੍ਰਸੰਗ ਸਗਲ ਕਹਿ ਦਿਓ। ਉਹਨਾਂ ਨੂੰ ਬਾਵੇ ਕਹਿੰਦੇ ਹਨ। ਬਾਵੇ ਗੋਇੰਦਵਾਲ ਸਾਹਿਬ ਵਾਲੇ ਤੇ ਬਾਵੇ ਖੰਡੂਰ ਸਾਹਿਬ ਵਾਲੇ। ਬਾਵਿਆਂ ਨੇ ਆ ਕੇ ਧੀਰਮਲ ਨੂੰ ਮਿਲੇ, ਪਿਆਰ ਦਿੱਤਾ, ਗੱਲਬਾਤ ਕੀਤੀ ਬੜੇ ਪ੍ਰੇਮ ਨਾਲ। ਮੈਂ ਨਹਿ ਗਇਓ ਤਿਨਹੋਂ ਕੇ ਪਾਹੀ। ਤੇ ਉਹਨਾਂ ਨੇ ਆਖਿਆ ਵੀ ਤੁਸੀਂ ਨਹੀਂ ਜਾਣਾ ਕੀਰਤਪੁਰ ਸਾਹਿਬ। ਕਹਿੰਦਾ ਨਾ ਮੈਂ ਨਹੀਂ ਜਾਣਾ,
ਮੈਂ ਨਹੀਂ ਗਿਆ, ਮਾਂ ਮੇਰੀ ਚਲੀ ਗਈ ਹੈ, ਮੈਂ ਨਹੀਂ ਜਾਣਾ ਕਹਿੰਦਾ। ਹਾਂਜੀ, ਸ਼ਾਹੋ ਸੰਗ ਮਿਲ ਰਹੋ ਪਰਮਾਹੀ। ਮੇਰੀ ਸਰਕਾਰ ਨਾਲ ਬਣਦੀ ਹੈ, ਬਾਦਸ਼ਾਹ ਨਾਲ ਮੈਂ ਵਿਗਾੜਨੀ ਨਹੀਂ। ਹਾਂਜੀ, ਮਿਲੇ ਸੁਨੈ ਬਿਗ੍ਰਹਿ ਤਤਕਾਲਾ। ਜਦੋਂ ਮੈਂ ਦਾਦਾ ਜੀ ਨੂੰ ਮਿਲਾਂਗਾ ਤੇ ਸਰਕਾਰ ਵਿਗੜ ਜਾਏਗੀ। ਉਹ ਕਹਿਣਗੇ ਵੀ ਤੂੰ ਇੱਕ ਪਾਸੇ ਸਾਡੇ ਨਾਲ ਰੱਖਦਾ, ਦੂਜੇ ਪਾਸੇ ਗੁਰੂ ਸਾਹਿਬ ਨਾਲ ਰੱਖਦਾ। ਹਾਂਜੀ, ਸਕਲ ਖਸੋਟ ਹੈ ਧਨ ਪੁਰਸ਼ਾਲਾ। ਐਡਾ ਵੱਡਾ ਸੋਹਣਾ ਨਗਰ ਕਰਤਾਰਪੁਰ ਖੋਹ ਲੈਣਗੇ ਤੁਰਕ ਮੇਰੇ ਕੋਲੋਂ, ਮੇਰਾ ਘਰ ਖੋਹ ਲੈਣਗੇ, ਇਹ ਸਾਰੇ ਹੀ ਰਾਜ ਭਾਗ ਜਿਹੜਾ ਬਣਿਆ ਹੋਇਆ ਸਾਰਾ ਖਤਮ ਹੋ ਜਾਏਗਾ। ਕੀ ਲੋੜ ਹੈ ਵਿਗਾੜ ਕੇ। ਹਾਂਜੀ, ਜਹਾਂ ਜਾਣਤੇ ਹੋਏ ਉਤਪਾਤ। ਜਿੱਥੇ ਜਾਣ ਨਾਲ ਨੁਕਸਾਨ ਹੁੰਦਾ ਹੋਵੇ, ਜਿੱਥੇ ਜਾਣ ਨਾਲ ਉਤਪਾਤ ਹੁੰਦਾ ਹੋਵੇ, ਕਿਉਂ ਕਰ ਸਕਹਿ ਸੁਮਤ ਸੋ ਬਾਤ। ਸਿਆਣਾ ਬੰਦਾ ਉੱਥੇ ਜਾਂਦਾ ਹੀ ਨਹੀਂ, ਕਿਉਂ ਕਰੇਗਾ। ਕੀ ਲੋੜ ਹੈ, ਕਹਿੰਦਾ ਮੈਂ ਨਹੀਂ ਜਾਣਾ ਕੀਰਤਪੁਰ, ਜਾਇਆ ਮੇਰਾ ਨੁਕਸਾਨ ਹੁੰਦਾ ਹੈ। ਉਚਿਤ ਨਾ ਤੁਮਕੋ ਪੀ ਤਹ ਜਾਨਾ। ਹਾਂ, ਤੁਸੀਂ ਵੀ ਨਾ ਜਾਓ ਕਹਿੰਦਾ, ਤੁਹਾਨੂੰ ਵੀ ਠੀਕ ਨਹੀਂ ਉੱਥੇ ਜਾਣਾ। ਤੁਸੀਂ ਕੀ ਲੈਣਾ, ਇੱਥੇ ਹੀ ਅਫਸੋਸ ਕਰਕੇ ਤੇ ਵਾਪਸ ਚਲੇ ਜਾਓ ਗੋਇੰਦਵਾਲ ਸਾਹਿਬ। ਤੁਸੀਂ ਉੱਥੇ ਕੀਰਤਪੁਰ ਕੀ ਕਰੋਗੇ ਇੰਨੀ ਦੂਰ ਜਾ ਕੇ। ਸੁਨਹਿ ਸ਼ਾਹੋ ਰਿਸ ਧਰਹਿ ਮਹਾਨਾ। ਕਿਉਂਕਿ ਤੁਹਾਡੇ ਤੇ ਵੀ ਸਰਕਾਰ ਦੀ ਨਿਗਾਹ ਰਹਿੰਦੀ ਹੈ, ਤੁਸੀਂ ਗੁਰੂ ਅਮਰਦਾਸ ਤੇ ਗੁਰੂ ਅੰਗਦ ਦੇਵ ਦੇ ਬੱਚੇ ਹੋ। ਜੇ ਤੁਸੀਂ ਉੱਥੇ ਜਾਓਗੇ ਤੇ ਬਾਦਸ਼ਾਹ ਗੁੱਸਾ ਕਰੇਗਾ ਵੀ ਇਹ ਗੁਰੂਆਂ ਦੇ ਨਾਲ, ਬਾਗੀ ਗੁਰੂ ਦੇ ਨਾਲ ਰੱਖਦੇ ਨੇ। ਗੁਰੂ ਹਰਗੋਬਿੰਦ ਸਾਹਿਬ ਤੇ ਸਰਕਾਰ ਦੀ ਨਿਗਾਹ ਵਿੱਚ ਬਾਗੀ ਹਨ। ਮੁਸ਼ਕਲ ਬਨੈ ਰਹਿਨ ਕਰ ਮਾਹੀ। ਜੇ ਤੁਸੀਂ ਉੱਥੇ ਜਾਓਗੇ ਨਾ, ਉੱਥੇ ਜਾਣ ਨਾਲ ਤੁਹਾਨੂੰ ਮੁਸ਼ਕਲ ਹੋਵੇਗੀ। ਇਹ ਧੀਰਮਲ ਰਾਜਨੀਤੀ ਦੀ ਗੱਲ ਕਰ ਰਿਹਾ। ਉਹਦਾ ਮਤਲਬ ਵੀ ਇੱਥੇ ਹੀ ਰਹਿਣ, ਇੱਥੇ ਹੀ ਭੋਗ ਪਵਾ ਲਾਂਗੇ, ਇੱਥੇ ਰੌਣਕ ਮੇਲਾ ਕਰ ਲਾਂਗੇ। ਲੋਕਾਂ ਨੂੰ ਕੱਲ੍ਹ ਨੂੰ ਮੈਂ ਇਹ ਸ਼ੋਅ ਕਰਾਂਗਾ ਵੀ ਦੇਖੋ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਦਾ ਪਰਿਵਾਰ ਮੈਨੂੰ ਮੰਨਦਾ। ਉਹ ਕੀਰਤਪੁਰ ਨਹੀਂ ਗਏ, ਮੇਰੇ ਕੋਲ ਆਏ ਭੋਗ ਤੇ ਲੋਕਾਂ 'ਚ ਫਿਰ ਇਹ ਹੋਵੇਗਾ ਵੀ ਅਸਲ ਗੱਦੀ ਦਾ ਹੱਕਦਾਰ ਤੇ ਫਿਰ ਧੀਰਮਲ ਹੀ ਹੈ। ਵੀ ਜਿਹਦੇ ਹੱਲ ਗੋਇੰਦਵਾਲ ਸਾਹਿਬ ਵਾਲੇ ਖੜੇ ਨੇ, ਜਿਹਦੇ ਹੱਲ ਖੰਡੂਰ ਸਾਹਿਬ ਵਾਲੇ ਖੜੇ ਨੇ, ਸਮਝੋ ਉਹ ਗੁਰੂ ਘਰ 'ਚ ਉਹਦੀ ਮਾਨਤਾ ਹੈ। ਅੱਗੇ ਵੀ ਗੁਰੂਆਂ ਨੂੰ ਜਦੋਂ ਗੁਰਿਆਈ ਦਿੰਦੇ ਸੀ ਤੇ ਜਿੱਥੇ ਬਾਬਾ ਬੁੱਢਾ ਜੀ ਵੱਲੋਂ ਮਾਨਤਾ ਮਿਲਦੀ ਸੀ, ਉੱਥੇ ਇਹਨਾਂ ਦੋ ਪਰਿਵਾਰਾਂ ਵੱਲੋਂ ਵੀ ਮਾਨਤਾ ਮਿਲਦੀ ਸੀ। ਤੇ ਫਿਰ ਮੇਰੀ ਮਾਨਤਾ ਪੱਕੀ ਹੋ ਜਾਏਗੀ। ਅੰਦਰੋਂ ਤਾਂ ਇਹ ਸੋਚਦਾ, ਉੱਤੋਂ ਕਹਿੰਦਾ ਵੀ ਤੁਸੀਂ ਸਰਕਾਰ ਨਾਲ ਕਾਹਨੂੰ ਵਿਗਾੜਦੇ ਹੋ। ਤੁਸੀਂ ਇੱਥੇ ਹੀ ਭੋਗ ਪੱਪਾ ਪਾ ਲੈਂਦੇ ਆ, ਕੀਰਤਨ ਕਥਾ ਕਰ ਲੈਂਦੇ ਆ, ਇੱਥੇ ਹੀ ਲੰਗਰ ਪਾਣੀ ਕਰ ਲੈਂਦੇ ਆ। ਤੁਸੀਂ ਕੀਰਤਪੁਰ ਸਾਹਿਬ ਨਾ ਜਾਓ। ਮੁਲਖ ਮਾਲਕੀ ਤੁਰਕ ਨ ਪਾਹੀ। ਕਹਿੰਦਾ ਤੁਰਕਾਂ ਕੋਲ ਮੁਲਕ ਦੀ ਮਲਕੀਅਤ ਹੈ, ਬਾਦਸ਼ਾਹ ਨੇ, ਉਹ ਹਿੰਦੁਸਤਾਨ ਦੇ ਮਾਲਕ ਨੇ ਮੁਗਲ। ਸੁੰਦਰ ਪਰਮਾਨੰਦ ਤਬ ਕਹਿਓ। ਤਾਂ ਬਾਬਾ ਸੁੰਦਰ ਜੀ ਬਹੁਤ ਬਜ਼ੁਰਗ ਹੋ ਗਏ ਸਨ, ਗੁਰੂ ਅਮਰਦਾਸ ਦੇ ਪੜਪੋਤਰੇ ਸਨ, ਬਾਬਾ ਮੋਹਰੀ ਦੇ ਪੋਤਰੇ, ਬਾਬੇ ਆਨੰਦ ਦੇ ਪੁੱਤਰ ਸਨ। ਤੇ ਦੂਜੇ ਸਨ ਬਾਬਾ ਪਰਮਾਨੰਦ ਜੀ, ਉਹ ਵੀ ਇਸੇ ਪਰਿਵਾਰ ਵਿੱਚੋਂ ਸਨ, ਭੱਲਿਆਂ ਵਿੱਚੋਂ। ਉਹਨਾਂ ਨੇ ਆਖਿਆ, ਹਮ ਤੋ ਸੁਨਿਓ ਸ਼ਾਹੋ ਹਟ ਰਹਿਓ। ਉਹ ਕਹਿੰਦੇ ਪੁੱਤਰ ਧੀਰਮਲ, ਅਸੀਂ ਤੇ ਸੁਣਿਆ ਵੀ ਬਾਦਸ਼ਾਹ ਡਰ ਕੇ ਪਿੱਛੇ ਹਟ ਗਿਆ ਛੇਵੇਂ ਪਾਤਸ਼ਾਹ ਤੋਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਸੁਣਿਆ ਵੀ ਬਾਦਸ਼ਾਹ ਦੀਆਂ ਤੇ ਗੋਡੀਆਂ ਲੱਗ ਗਈਆਂ ਨੇ, ਉਹ ਤਾਂ ਤੋਬਾ ਕਰ ਗਿਆ ਵੀ ਗੁਰੂ ਘਰ ਨਾਲ ਮੱਥਾ ਨਹੀਂ ਲਾਣਾ, ਉਹਦਾ ਡਰ ਗਿਆ ਹੈ ਕਹਿੰਦੇ। ਹਾਂਜੀ, ਸ਼੍ਰੀ ਨਾਨਕ ਕੀ ਗਾਦੀ ਜਾਨੀ। ਨਾਲੇ ਬਾਦਸ਼ਾਹ ਇਹਨੂੰ ਇੰਨੀ ਸਮਝਦਾ ਹੈ ਵੀ ਗੱਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਬਾਰ ਬਾਰ ਤਬ ਬੰਧਨ ਠਾਨੀ। ਤੇ ਬਾਦਸ਼ਾਹ ਨੇ ਹੁਣ ਬਾਰ-ਬਾਰ ਸਿਰ ਝੁਕਾ ਦਿੱਤਾ ਹੈ। ਬਾਦਸ਼ਾਹ ਹੁਣ ਅੱਗੇ ਨੂੰ ਗੁਰੂ ਘਰ ਨਾਲ ਫਸਾਦ ਨਹੀਂ ਕਰੇਗਾ। ਕਹਿਓ ਬਿਦਤ ਅਬ ਤੇ ਗੁਰ ਸੰਗ। ਇਹ ਗੱਲ ਉਹਨੇ ਸ਼ਰੇਆਮ ਦਰਬਾਰ ਵਿੱਚ ਕਹੀ ਹੈ ਸ਼ਾਹਜਹਾਨ ਬਾਦਸ਼ਾਹ ਨੇ ਵੀ ਅੱਜ ਤੋਂ ਬਾਅਦ ਮੈਂ ਗੁਰੂ ਘਰ ਨਾਲ ਕੋਈ ਵਿਗਾੜ ਨਹੀਂ ਕਰਾਂਗਾ, ਕੋਈ ਵੀ ਮੈਂ ਝਗੜਾ ਨਹੀਂ ਛੇੜਾਂਗਾ। ਬਿਗਰੋਂ ਕਭੀ ਨਾ ਕਰਹੁ ਜੰਗ। ਬਾਦਸ਼ਾਹ ਕਹਿੰਦਾ ਨਾ ਮੈਂ ਕੋਈ ਵਿਗਾੜ ਕਰਾਂਗਾ, ਨਾ ਮੈਂ ਜੰਗ ਕਰਾਂਗਾ, ਮੇਰੀ ਤੋਬਾ ਹੈ। ਬਾਦਸ਼ਾਹ ਤਾਂ ਹੁਣ ਗੁਰੂ ਘਰ ਦਾ ਮੁਰੀਦ ਬਣਿਆ ਫਿਰਦਾ। ਤੇ ਪੁੱਤਰ ਤੈਨੂੰ ਕੀ ਹੋਇਆ, ਤੂੰ ਕੁਝ ਹੋਰ ਹੀ ਗੱਲਾਂ ਕਰਦਾ, ਤੂੰ ਬਾਦਸ਼ਾਹ ਤੋਂ ਕਿਉਂ ਡਰਦਾ ਹੈ? ਬਾਦਸ਼ਾਹ ਤੁਹਾਡੇ ਤੋਂ ਡਰਦਾ ਹੁਣ। ਹਾਂਜੀ, ਸੁਨਤ ਧੀਰਮਲ ਤਬ ਹੈ ਬਤਾਇਓ। ਹੁਣ ਧੀਰਮਲ ਜਿਹੜਾ ਬੰਦਾ ਕਪਟੀ ਹੁੰਦਾ ਨਾ, ਉਹ ਗੱਲਾਂ ਬੜੀਆਂ ਹੁੰਦੀਆਂ। ਕਹਿਣ ਲੱਗਾ, ਮੈਂ ਲਿਖ ਕਰ ਤਹਿ ਪੱਤਰ ਪਠਾਇਓ। ਬਾਪੂ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਨਹੀਂ ਜਾਣਦੇ ਬਾਦਸ਼ਾਹ ਕਿਉਂ ਡਰਿਆ। ਡਰਿਆ ਡੁਰਿਆ ਕੋਈ ਨਹੀਂ। ਮੈਂ ਬਾਦਸ਼ਾਹ ਨੂੰ ਚਿੱਠੀ ਲਿਖੀ ਸੀ, ਉੱਥੇ ਆਪਣੀ ਗਲਤੀ ਵੀ ਦੱਸ ਰਿਹਾ ਤੇ ਆਪਣੀ ਬੜੀ ਸਿਆਣਪ ਨਾਲ ਦੱਸ ਰਿਹਾ। ਮੈਂ ਬਾਦਸ਼ਾਹ ਨੂੰ ਲਿਖ ਕੇ ਭੇਜਿਆ ਸੀ ਵੀ ਸਾਡਾ ਤੁਹਾਡਾ ਕੋਈ ਵੈਰ ਨਹੀਂ,
ਤੁਸੀਂ ਗੁਰੂ ਘਰ ਨਾਲ ਹੁਣ ਮੈਂ ਤੁਹਾਡੇ ਨਾਲ ਹਾਂ, ਇਹ ਕਰਤਾਰਪੁਰ ਮੇਰੇ ਕੋਲ ਹੈ। ਗੁਰੂ ਸਾਹਿਬ ਚਲੇ ਗਏ ਨੇ, ਉਹ ਜਾਣੋ ਤੁਸੀਂ ਜਾਣੋ, ਪਰ ਕਰਤਾਰਪੁਰ ਜਿਹੜਾ ਇਹਦੇ 'ਚ ਤੁਸੀਂ ਕਿਸੇ ਤਰ੍ਹਾਂ ਦਾ ਗੜਬੜ ਨਾ ਕਰੋ। ਹਾਂਜੀ। ਸੰਤ ਕਰਨ ਕੋ ਆਸ਼ੈ ਜਿਸ ਮਹਿ। ਮੈਂ ਇਹੋ ਜਿਹੀ ਚਿੱਠੀ ਬਣਾਈ ਸਿਆਣਪ ਦੇ ਨਾਲ, ਅਕਲ ਦੇ ਨਾਲ, ਵੀ ਬਾਦਸ਼ਾਹ ਨਾਲ ਸੰਧੀ ਹੋ ਗਈ ਸਾਡੀ। ਸੁਨ ਹਜ਼ਰਤ ਹਰਿ ਖਿਓ ਉਰ ਰਿਸ ਮਹਿ। ਮੇਰੀ ਚਿੱਠੀ ਪੜ੍ਹ ਕੇ ਬਾਦਸ਼ਾਹ ਖੁਸ਼ ਹੋ ਗਿਆ। ਤਉ ਲੋਕ ਜੇ ਅਹੈ ਨਰੇਸ਼। ਫਿਰ ਵੀ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਜਿਹੜੇ ਰਾਜੇ ਹੁੰਦੇ ਨਾ, ਇਹਨਾਂ ਦਾ ਬਹੁਤਾ ਚਿਰਤਵਾਰ ਨਹੀਂ ਕਰੀਦਾ। ਇਹ ਠੀਕ ਹੈ ਵੀ ਅੱਜ ਤਾਂ ਬਣੀ ਹੋਈ ਸਾਡੀ, ਮੇਰੀ ਸਿਆਣਪ ਨਾਲ ਬਣ ਗਈ ਹੈ, ਪਰ ਇਹ ਥੋੜ੍ਹਾ ਵੀ ਆਪਾਂ ਉੱਥੇ ਜਾਈਏ ਕੀਰਤਪੁਰ ਸਾਹਿਬ ਤੇ ਉਹ ਵਿਗੜਨ ਨਾ, ਫਿਰ ਵਿਗੜ ਜਾਣਗੇ। ਆਪਾਂ ਬਣੀ ਹੈ ਤੇ ਬਣਾਈ ਰੱਖੀਏ, ਕਾਹਨੂੰ ਵਿਗਾੜਨੀ ਹੈ। ਆਪਾਂ ਇਕੱਠੇ ਰਹੀਏ, ਗੋਇੰਦਵਾਲ ਸਾਹਿਬ ਵਾਲੇ ਵੀ, ਕਰਤਾਰਪੁਰ ਵਾਲੇ ਵੀ ਤੇ ਖੰਡੂਰ ਸਾਹਿਬ ਵਾਲੇ, ਆਪਾਂ ਸਰਕਾਰ ਨਾਲ ਬਣਾ ਕੇ ਰੱਖੀਏ। ਆਪਾਂ 6ਵੇਂ ਪਾਤਸ਼ਾਹ ਨਾਲ ਜੇ ਬਣਾਵਾਂਗੇ, ਜਾਵਾਂਗੇ ਉੱਥੇ ਕੀਰਤਪੁਰ, ਆਪਣਾ ਨੁਕਸਾਨ ਹੋਵੇਗਾ। ਰਹੀਐ ਇਨ ਤੇ ਡਰਤ ਹਮੇਸ਼। ਹਾਂ, ਬਾਦਸ਼ਾਹਾਂ ਕੋਲੋਂ, ਰਾਜਿਆਂ ਕੋਲੋਂ ਡਰਦੇ ਰਹਿਣਾ ਚਾਹੀਦਾ। ਇਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ਤੇ ਆਪਣੇ ਪੁੱਤਰਾਂ ਨੂੰ ਕਤਲ ਕਰਾ ਦਿੰਦੇ ਆ। ਰਾਜਨੀਤੀ ਚੀਜ਼ ਹੀ ਇਹੋ ਜਿਹੀ ਹੈ। ਤੇ ਜੇ ਆਪਾਂ ਇਹਨਾਂ ਤੋਂ ਡਰ ਕੇ ਰਵਾਂਗੇ ਤੇ ਆਪਣੇ ਦਿਨ ਚੰਗੇ ਲੰਘਦੇ ਰਹਿਣਗੇ, ਤੇ ਜੇ ਆਪਾਂ ਇਹਨਾਂ ਅੱਗੇ ਤਿੜਫਿੜ ਕਰਾਂਗੇ ਤੇ ਚੁੱਕ ਕੇ ਕਿਤੇ ਸੁੱਟ ਦੇਣਗੇ ਜੇਲ੍ਹ ਵਿੱਚ ਜਾਂ ਮਾਰ ਦੇਣਗੇ। ਹਾਂਜੀ। ਕਿਤਹੂ ਕੀ ਰਿਸ ਕਹੂੰ ਨਿਕਾਰੈ। ਇਹ ਕਿਸੇ ਦਾ ਗੁੱਸਾ ਕਿਸੇ ਦੇ ਕੱਢ ਦਿੰਦੇ ਹੁੰਦੇ ਆ। ਇਹ ਨਹੀਂ ਕੋਈ ਬਹੁਤਾ ਸੋਚਦੇ ਹੁੰਦੇ। ਰਾਜੇ ਮਹਾਰਾਜੇ ਇਹਨਾਂ ਨੂੰ ਕੀ ਫਰਕ ਪੈਣਾ, ਹਜ਼ਾਰਾਂ ਬੰਦੇ ਮਰ ਜਾਣ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਸਾਨੂੰ ਕੀ ਸਮਝਦੇ ਆ, ਮਸਲ ਕੇ ਰੱਖ ਦੇਣਗੇ। ਜਾਂ ਤੇ ਰਹਿਨ ਬਨੈ ਅਨੁਸਾਰ। ਇਸ ਕਰਕੇ ਬਾਬਾ ਸੁੰਦਰ ਜੀ, ਆਪਾਂ ਨੂੰ ਨਾ ਸਿਆਣੇ ਬਣ ਕੇ ਇਹਨਾਂ ਦੇ ਨਾਲ ਰਹਿਣਾ ਚਾਹੀਦਾ, ਸਰਕਾਰ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਸੁੰਦਰ ਕਹਿਓ ਨਾ ਹਮ ਤੇ ਬਨੈ। ਇਹ ਸੁਣ ਕੇ ਬਾਬਾ ਸੁੰਦਰ ਜੀ, ਉਹ ਬੜੇ ਗੁਰਮੁਖ ਸੀਗੇ, ਉਹਨਾਂ ਦਾ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬਹੁਤ ਪ੍ਰੇਮ ਸੀਗਾ, ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਬਹੁਤ ਪ੍ਰੇਮ ਸੀ। ਬਹੁਤ ਪੁਰਾਤਨ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ, ਬਾਬਾ ਸੁੰਦਰ ਜੀ ਦੀ। ਰਾਮ ਕਲੀ ਸੱਦ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਆਪਾਂ ਭੋਗ ਤੋਂ ਬਾਅਦ ਸੱਦ ਪੜ੍ਹਦੇ ਹਾਂ। ਇਹ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਹੈ। ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। 923 ਅੰਗ ਤੇ ਹੈ ਗੁਰੂ ਗ੍ਰੰਥ ਸਾਹਿਬ ਰਾਮ ਕਲੀ ਰਾਗ ਵਿੱਚ। ਉਸ ਮਹਾਂਪੁਰਸ਼ ਨੇ ਫਿਰ ਆਖਿਆ, ਪੁੱਤਰ ਧੀਰਮਲ, ਸਾਨੂੰ ਇਹ ਗੱਲ ਨਹੀਂ ਸੋਭਦੀ, ਅਸੀਂ ਤੇਰੀਆਂ ਗੱਲਾਂ ਨਹੀਂ ਮੰਨ ਸਕਦੇ। ਇਤਕ ਗਮੀ ਮੈਂ ਮਿਲੈ ਨਾ ਭਨੈ। ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦੇ। ਜਿਨ੍ਹਾਂ ਨੂੰ ਸਤਿਗੁਰੂ ਸਾਡੇ ਪਿਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਪੜਦਾਦਾ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਦਿੱਤੀ ਹੋਈ ਹੈ ਨਾ, ਉਹ ਗੁਰੂ ਹਨ। ਧੰਨ ਗੁਰੂ ਅਰਜਨ ਦੇਵ ਜੀ ਹਨ, ਜਾਂ ਗੁਰੂ ਰਾਮਦਾਸ ਜੀ ਹਨ, ਜਾਂ ਅੱਜ ਗੁਰੂ ਹਰਗੋਬਿੰਦ ਸਾਹਿਬ ਹਨ। ਮੈਂ ਉਹਨਾਂ ਨੂੰ ਗੁਰੂ ਅਮਰਦਾਸ ਦਾ ਹੀ ਰੂਪ ਸਮਝਦਾ। ਉਹਨਾਂ ਦੇ ਨਾਲ ਸਾਡੀ ਜੀਵਨ ਮਰਨ ਦੀ ਸਾਂਝ ਹੈ। ਜੀਣਾ ਉਹਨਾਂ ਦੇ ਨਾਲ ਹੈ, ਮਰਨਾ ਉਹਨਾਂ ਦੇ ਨਾਲ ਹੈ। ਅਸੀਂ ਉਹਨਾਂ ਤੋਂ ਬੇਮੁਖ ਹੋ ਕੇ ਨਹੀਂ ਜੀ ਸਕਦੇ। ਦੂਸਰੀ ਗੱਲ ਹੈ ਬਈ, ਇਹੋ ਜਿਹੇ ਦੁੱਖ ਦੇ ਸਮੇਂ ਜੇ ਨਾ ਜਾਈਏ ਤਾਂ ਸਾਨੂੰ ਚੈਨ ਨਹੀਂ ਆਵੇਗਾ। ਹਾਂਜੀ। ਵਦੇ ਬਖੇਰੇ ਮਿਲਤੇ ਰਹੇ। ਅੱਗੇ ਵੀ ਕਈ ਬਖੇੜੇ ਹੋਏ ਨੇ, ਕਈ ਜੰਗ ਹੋਏ ਨੇ, ਕਈ ਪੁਆੜੇ ਹੋਏ ਨੇ, ਅਸੀਂ ਵੇਖੇ ਨੇ ਸਾਰੇ। ਅਸੀਂ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵੇਖੀ ਹੈ। ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦੀ ਦੇਖੀ ਹੈ। ਅਸੀਂ ਬੜਾ ਕੁਝ ਵੇਖਿਆ, ਪਰ ਅਸੀਂ ਗੁਰੂ ਦਾ ਸਾਥ ਨਹੀਂ ਛੱਡਿਆ। ਬਖੇੜਿਆਂ ਦੇ ਵਿੱਚ ਅਸੀਂ ਜਾਂਦੇ ਰਹੇ ਹਾਂ। ਬਾਬਾ ਅਰਥਮਲ ਜੀ, ਜਿਹੜੇ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਪੋਤਰੇ ਸਨ, ਗੁਰੂ ਅਮਰਦਾਸ ਸਾਹਿਬ ਜੀ ਦੇ, ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਗੁਰੂ ਅਰਜਨ ਦੇਵ ਜੀ ਦੇ ਨਾਲ ਗਏ ਲਾਹੌਰ ਸ਼ਹੀਦੀ ਪਾਉਣ ਵੇਲੇ, ਜਦੋਂ ਮਹਾਰਾਜ ਸ਼ਹੀਦ ਹੋਏ ਨਾ ਪੰਜਵੇਂ ਪਾਤਸ਼ਾਹ। ਬਾਬਾ ਅਰਥਮਲ ਜੀ ਜਾ ਕੇ ਭਾਈ ਸਧੂ ਦੇ ਘਰ ਸਤਿਗੁਰੂ ਜੀ ਨੂੰ ਮਿਲੇ, ਗੁਰੂ ਅਰਜਨ ਦੇਵ ਜੀ ਨੂੰ, ਤੇ ਮਹਾਰਾਜ ਨੇ ਇਕੱਲਿਆਂ ਬਿਠਾ ਕੇ ਦੱਸਦਾ ਵੀ ਭਰਾ ਜੀ, ਇਹ ਕਿਉਂਕਿ ਮਾਮੇ ਦੇ ਤੇ ਭੂਆ ਦੇ ਪੁੱਤ ਸਨ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਭੂਆ ਦੇ ਬੀਬੀ ਭਾਨੀ ਦੇ ਪੁੱਤ ਸਨ, ਤੇ ਉਹਨਾਂ ਦੇ ਗੁਰੂ ਅਰਜਨ ਦੇਵ ਦੇ ਮਾਮੇ ਮੋਹਰੀ ਦੇ ਪੁੱਤਰ ਸਨ ਬਾਬਾ ਅਰਥਮਲ ਜੀ। ਤੋ ਕਹਿਣ ਲੱਗੇ ਵੀ ਭਰਾ ਜੀ, ਹੁਣ ਅਸੀਂ ਜੋਤੀ ਜੋਤ ਸਮਾ ਜਾਣਾ, ਅਸੀਂ ਸ਼ਹੀਦੀ ਪਾ ਜਾਣੀ ਹੈ। ਤੇ ਉਹਨਾਂ ਨੇ ਕਿਹਾ, ਮਹਾਰਾਜ ਵੀ ਮੈਂ ਵੀ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ,
ਮੈਨੂੰ ਵੀ ਨਾਲ ਲੈ ਚੱਲੋ। ਮਹਾਰਾਜ ਕਹਿਣ ਲੱਗੇ ਥੋੜ੍ਹੇ ਦਿਨਾਂ 'ਚ ਤੁਸੀਂ ਵੀ ਚੋਲਾ ਛੱਡ ਜਾਓਗੇ। ਤੇ ਬਾਬਾ ਅਰਥਮਲ ਜੀ ਦੇਖੋ, ਗੁਰੂ ਸਾਹਿਬ ਤੋਂ ਥੋੜ੍ਹੇ ਦਿਨ ਹੀ ਬਾਅਦ ਜੋਤੀ ਜੋ ਸਮਾ ਗਏ ਸਨ, ਬਾਬਾ ਉਹਨਾਂ ਦੇ ਭਰਾ ਸਨ। ਇਸ ਕਰਕੇ ਪਰਿਵਾਰ ਜਿਹੜਾ ਨਾ ਗੁਰੂ ਅਮਰਦਾਸ ਜੀ ਦਾ ਇਹ ਸਨਮੁਖ ਹੈ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀ। ਬਾਬਾ ਸੁੰਦਰ ਜੀ ਕਹਿੰਦੇ ਵੀ ਸਾਨੂੰ ਸਨਮੁਖ ਹੀ ਰਹਿਣ ਦਿਓ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਥ ਨਹੀਂ ਛੱਡ ਸਕਦੇ। ਹਮ ਹੈ ਕਬਹਿ ਨਹਿ ਕਿਛ ਕਿਨ ਰੱਖਹਿ। ਅਸਾਂ ਇੰਨੇ ਜੰਗ ਜੁੱਧ ਹੋਏ, ਸਾਨੂੰ ਨਹੀਂ ਕਦੀ ਕਿਸੇ ਨੇ ਕੁਛ ਕਿਹਾ। ਬਾਦਸ਼ਾਹ ਨੂੰ ਪਤਾ ਵੀ ਅਸੀਂ ਗੁਰੂ ਦੇ ਨੇੜੇ ਹਾਂ, ਪਰ ਬਾਦਸ਼ਾਹ ਜਾਂ ਸਰਕਾਰੀ ਅਫਸਰਾਂ ਨੇ ਗੋਇੰਦਵਾਲ ਸਾਹਿਬ ਆ ਕੇ ਸਾਨੂੰ ਤੰਗ ਨਹੀਂ ਕੀਤਾ। ਬੜੇ ਜੰਗ ਜੁੱਧ ਪਹਿਲਾਂ ਹੋ ਚੁੱਕੇ ਹੈ। ਹਾਂਜੀ, ਆਪ ਗੁਰੂ ਲੜ ਕਰ ਬਹੁ ਬੇਰੇ। ਬਲਕਿ ਗੁਰੂ ਸਾਹਿਬ ਲੜ ਕੇ ਸਾਡੇ ਕੋਲ ਆਉਂਦੇ ਰਹੇ ਆ। ਪਹਿਲਾ ਜੰਗ ਕਰਕੇ ਅੰਮ੍ਰਿਤਸਰ ਤੋਂ ਤੇ ਮਹਾਰਾਜ ਝਬਾਲ ਆਏ, ਉੱਥੇ ਬੀਬੀ ਬੀਰੋ ਦਾ ਵਿਆਹ ਕੀਤਾ। ਬੀਰੋ ਦਾ ਵਿਆਹ ਕਰਕੇ ਗੋਇੰਦਵਾਲ ਆ ਗਏ, ਸਾਰਾ ਪਰਿਵਾਰ ਗੋਇੰਦਵਾਲ ਛੱਡ ਕੇ ਗਏ। ਜੇ ਉਦੋਂ ਸਾਨੂੰ ਬਾਦਸ਼ਾਹ ਨੇ ਕਹਿਣਾ ਸੀ ਤੇ ਕਹਿ ਲੈਂਦਾ ਵੀ ਤੁਸੀਂ ਗੁਰੂ ਕਿਆਂ ਨੂੰ ਪਨਾਹ ਦਿੱਤੀ ਹੈ, ਗੁਰੂ ਦਾ ਪਰਿਵਾਰ ਤੁਹਾਡੇ ਕੋਲ ਠਹਿਰਿਆ। ਉਦੋਂ ਇੰਨੀ ਮੁਸੀਬਤ ਦੇ ਸਮੇਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਸਾਡੇ ਕੋਲ ਠਹਿਰਿਆ, ਉਦੋਂ ਨਹੀਂ ਬਾਦਸ਼ਾਹ ਨੇ ਸਾਨੂੰ ਕੁਛ ਆਖਿਆ। ਬਸੇ ਵਿਚਰਤੇ ਲਵਪੁਰ ਨੇਰੇ। ਲਾਹੌਰ ਦੇ ਲਾਗੇ ਫਿਰਦੇ ਰਹੇ, ਗੁਰੂ ਸਾਹਿਬ ਫਿਰਦੇ ਰਹੇ, ਅਸੀਂ ਫਿਰਦੇ ਰਹੇ, ਸਾਨੂੰ ਤੇ ਕਦੀ ਕਿਸੇ ਨੇ ਟੋਕਿਆ ਵੀ ਨਹੀਂ। ਤੇ ਤੂੰ ਕਹਿਣਾ ਵੀ ਸਾਨੂੰ ਬਾਦਸ਼ਾਹ ਹੁਣ ਫਾਇਲ ਲਾ ਦੇਗਾ। ਹੁਣ ਕੀ ਲਾਏਗਾ? ਜਦੋਂ ਐਡੇ ਐਡੇ ਜੰਗ ਯੁੱਧ ਹੋਏ ਉਦੋਂ ਨਹੀਂ ਕੁਝ ਹੋਇਆ। ਹਾਂਜੀ, ਕਲ ਪਹਿ ਤਰਾਸ ਜਿਤਕ ਤੂੰ ਅਬੈ। ਵੇ ਪੁੱਤਰ ਧੀਰਮਲ, ਜਿੰਨੀ ਕਿ ਤੂੰ ਕਲਪਨਾ ਕਰੀ ਜਾਣਾ, ਆਪਣੇ ਮਨ ਚ ਅੰਦਾਜ਼ੇ ਲਾਈ ਜਾਣਾ, ਸੁਨਿਓ ਨਾ ਦੇਖਿਓ ਪੂਰਬ ਕਬੈ। ਇੱਦਾਂ ਦੀ ਕਾਇਰਤਾ, ਇਹੋ ਜਿਹੀ ਬੁਝਦਿਲੀ ਅਸੀਂ ਨਾ ਕਦੀ ਦੇਖੀ ਹੈ ਨਾ ਸੁਣੀ ਹੈ ਪਹਿਲਾਂ। ਹਮ ਤਾਂ ਹੋਤ ਪ੍ਰਭਾਤ ਜ਼ਰੂਰ। ਵੇਖ, ਅਸੀਂ ਤਾਂ ਸਵੇਰੇ ਜਾਣਾ, ਕੀਰਤਪੁਰ ਸਾਹਿਬ ਜਾਣਾ। ਜੇ ਤੂੰ ਸਿਆਣਾ ਹੈ ਤੇ ਸਾਡੇ ਨਾਲ ਚੱਲ, ਤੇਰੀ ਮਰਜ਼ੀ ਹੈ ਬਾਕੀ। ਹਾਂਜੀ, ਪਹੁੰਚ ਹੈ ਤੂਰਨ ਜਾਏ ਹਜ਼ੂਰ। ਅਸੀਂ ਛੇਤੀ ਨਾਲ ਪਹੁੰਚਾਂਗੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ। ਉੱਡ ਕੇ ਜਾਣ ਨੂੰ ਜੀ ਕਰਦਾ, ਮਨ ਬਹੁਤ ਦੁਖੀ ਹੋਇਆ ਸਾਡਾ। ਸਾਡੇ ਦਿਲ ਤੇ ਬੜੀ ਵੱਡੀ ਸੱਟ ਵੱਜੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਪੁੱਤਰ ਜਵਾਨ ਚਲਾ ਗਿਆ ਤੇ ਸਾਨੂੰ ਇਹ ਦੁੱਖ ਜਿਹੜਾ ਸਾਡੇ ਕੋਲ ਜਰਿਆ ਨਹੀਂ ਜਾਂਦਾ। ਹਾਂਜੀ, ਸੁਨ ਸੁੰਦਰ ਤੇ ਤੂਸ਼ਨ ਹੋਇਓ। ਧੀਰਮਲ ਬਾਬੇ ਸੁੰਦਰ ਜੀ ਦਾ ਬਚਨ ਸੁਣ ਕੇ ਚੁੱਪ ਕਰ ਗਿਆ। ਗਾਢੋ ਭਾਵ ਗੁਰੂ ਮਹਿ ਜੋਇਓ। ਉਹਨੇ ਜਾਣ ਲਿਆ ਵੀ ਇਹਨਾਂ ਦਾ ਗੁਰੂ ਨਾਲ ਡਾਢਾ ਪ੍ਰੇਮ ਹੈ, ਬੜਾ ਪੱਕਾ ਪ੍ਰੇਮ ਹੈ, ਇਹ ਨਹੀਂ ਮੁੜਨ ਵਾਲੇ ਪਿੱਛੇ। ਸਰਬ ਭਾਂਤ ਸੇਵਾ ਕਰਵਾਈ। ਹੁਣ ਧੀਰਮਲ ਨੇ ਸੇਵਾ ਤਾਂ ਕਰਾਣੀ ਸੀ ਵੱਡਿਆਂ ਦੀ, ਕਿਉਂਕਿ ਬਹੁਤ ਵੱਡੀ ਇਹਨਾਂ ਦੀ ਗੁਰੂ ਘਰ ਦੀ ਪਦਵੀ ਸੀ। ਗੋਇੰਦਵਾਲ ਸਾਹਿਬ ਵਾਲਿਆਂ ਦੀ ਸਾਹਿਬਜ਼ਾਦੇ ਸਨ। ਧੀਰਮਲ ਨੂੰ ਇਹ ਵੀ ਪਤਾ ਸੀ ਵੀ ਕੱਲ੍ਹ ਨੂੰ ਕੋਈ ਗੱਲ ਹੁੰਦੀ ਹੈ ਤੇ ਜੇ ਮੈਂ ਸੇਵਾ ਨਾ ਕਰਾਵਾਂਗਾ ਤਾਂ ਕਹਿਣਗੇ ਵੀ ਗੁਰੂ ਕੇ ਪੁੱਤਰਾਂ ਦੀ ਸੇਵਾ ਨਹੀਂ ਕੀਤੀ। ਸੇਵਾ ਪ੍ਰਸ਼ਾਦੇ ਪਾਣੀ ਦੀ, ਮੰਜੇ ਬਿਸਤਰੇ ਵਧੀਆ ਦਿੱਤੇ ਤੇ ਸੇਵਾ ਕਰਾਈ। ਰਾਤ ਰੱਖਿਆ ਬੜੇ ਅਦਬ ਨਾਲ। ਨਿਸਮਹਿ ਰਚੀ ਅਪਰ ਚਤੁਰਾਈ। ਧੀਰਮਲ ਨੂੰ ਕਿੱਥੇ ਚੈਨ ਆਵੇ। ਰਾਤ ਨੂੰ ਨਵੀਂ ਚਤੁਰਾਈ ਹੋਰ ਸੋਚ ਲਈ, ਨਵੀਂ ਸਾਜ਼ਿਸ਼ ਰਚ ਲਈ। ਦਾਤੂ ਸੁਤ ਕੋ ਨਿਆਰੋ ਕਰਕੇ। ਗੁਰੂ ਅੰਗਦ ਦੇਵ ਦੇ ਪੋਤਰੇ ਨੂੰ ਨਿਆਰਾ ਕਰ ਲਿਆ। ਬਾਬਾ ਸੁੰਦਰ ਜੀ ਉਹ ਜਿੱਥੇ ਸੁੱਤੇ ਸੀਗੇ ਉੱਥੇ ਮੰਜਾ ਨਹੀਂ ਡਾਇਆ ਬਾਬੇ ਦਾਤੂ ਦੇ ਪੁੱਤਰ ਦਾ, ਗੁਰੂ ਅੰਗਦ ਦੇਵ ਦੇ ਪੋਤੇ ਦਾ। ਉਹਦਾ ਮੰਜਾ ਦੂਜੇ ਪਾਸੇ ਦੂਜੇ ਕਮਰੇ 'ਚ ਢਾ ਦਿੱਤਾ, ਉਹਨੂੰ ਵੱਖਰਾ ਲੰਮਾ ਪਾ ਲਿਆ। ਸਮਝਾਇਓ ਬਹੁ ਰੀਤ ਉਚਰ ਕੇ। ਉਹਨਾਂ ਦੇ ਕੰਨ ਭਰ ਦਿੱਤੇ, ਬਹੁਤ ਸਮਝਾਇਆ ਉਹਨਾਂ ਨੂੰ। ਬਾਬਾ ਜੀ ਤੁਸੀਂ ਵੱਡੇ ਹੋ, ਮੈਂ ਤਾਂ ਬੱਚਾ ਆ, ਪਰ ਮੈਂ ਤੁਹਾਨੂੰ ਇਸ ਬੇਨਤੀ ਕਰਾਂ ਵੀ ਤੁਸੀਂ ਬਖੇੜੇ 'ਚ ਨਾ ਪਾਓ, ਖਤਰਾ ਬਹੁਤ ਵੱਡਾ। ਬਾਦਸ਼ਾਹ ਬਹੁਤ ਗੁੱਸੇ 'ਚ ਹੈ, ਆਪਣਾ ਕੰਮ ਖਰਾਬ ਹੋ ਜਾਏਗਾ ਜੇ ਆਪਾਂ ਉੱਥੇ ਜਾਵਾਂਗੇ। ਕਰ ਲੀਨੋ ਆਪਣੇ ਅਨੁਸਾਰ। ਉਹ ਵਿਚਾਰਾ ਭੋਲਾ ਸੀ, ਇਹਦੀ ਗੱਲਾਂ 'ਚ ਆ ਗਿਆ। ਧੀਰਮਲ ਦੀ ਗੱਲ ਉਹਨੇ ਮੰਨ ਲਈ। ਸੁੰਦਰ ਪਰਮਾਨੰਦ ਤੇ ਪਾਰ। ਸੁੰਦਰ ਪਰਮਾਨੰਦ ਤੋਂ ਵੱਖਰਾ ਕਰ ਲਿਆ ਦਾਤੂ ਦੇ ਪੁੱਤਰ ਨੂੰ। ਆਏ ਤੇ ਉੱਥੋਂ ਇਕੱਠੇ ਸੀ ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ ਵਾਲੇ, ਪਰ ਇੱਥੇ ਉਹਨਾਂ 'ਚ ਫੁੱਟ ਪਾ ਲਈ। ਧੀਰਮਲ ਨੇ ਨੀਤੀ ਵਰਤ ਲਈ। ਰਾਖਿਓ ਆਪਣੇ ਸਦਨ ਟਿਕਾਏ। ਨਹੀਂ ਬਾਬਾ ਜੀ ਤੁਸੀਂ ਇੱਥੇ ਹੀ ਰਹੋ, ਤੁਸੀਂ ਨਾ ਜਾਓ, ਮੇਰੀ ਮੰਨੋ। ਇੱਦਾਂ ਉਹਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬਾਬਾ ਜੀ ਨੂੰ, ਜਿਹੜੇ ਦਾਤੂ ਦੇ ਪੁੱਤਰ ਸਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੋਤਰੇ ਸਨ, ਤ੍ਰੇਣ ਸਾਹਿਬਜ਼ਾਦੇ, ਉਹਨਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਜਾਣ ਤੋਂ ਰੋਕ ਲਿਆ।
ਨਹਿ ਕੀਰਤਪੁਰ ਕੋ ਤਬ ਆਏ। ਉਹ ਕੀਰਤਪੁਰ ਸਾਹਿਬ ਨਹੀਂ ਆਏ। ਸ੍ਰੀ ਗੁਰ ਅਮਰ ਅੰਸ ਚੱਲ ਆਏ। ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਜਿਹੜੀ ਸੀ ਭੱਲੇ, ਉਹ ਨਹੀਂ ਰੁਕੇ। ਸੁੰਦਰ ਤੇ ਪਰਮਾਨੰਦ ਉਹ ਆਪਣੇ ਨਾਲ ਸੇਵਾਦਾਰਾਂ ਸਿੱਖਾਂ ਨੂੰ ਲੈ ਕੇ ਆ ਗਏ। ਮਿਲੇ ਪਰਸ ਪਰ ਸੀਸ ਨਿਵਾਏ। ਕਹਿੰਦੇ ਆਪਸ 'ਚ ਆ ਕੇ ਸਤਿਗੁਰੂ ਨੂੰ ਮਿਲੇ, ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਰਾਏ ਜੋਧ ਸੁਤ ਭਰਾਤ ਸਮੇਤ। ਹੋਰ ਵੀ ਸਿੱਖ ਜਿਹੜੇ ਆ ਰਹੇ ਨੇ, ਭਾਈ ਜੋਧ ਰਾਏ ਜੀ ਕਾਂਗੜੇ ਦਾ, ਭਾਈ ਰੂਪਾ ਜੀ, ਇਹ ਸਾਰੇ ਆਉਣਗੇ। ਉਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।